ਇਹਨਾਂ ਤਿੰਨ ਕਾਨੂੰਨਾਂ ਵਿੱਚੋਂ ਨਾ ਜਿਹੜਾ ਸਭ ਤੋਂ ਜ਼ਿਆਦਾ ਖਤਰਨਾਕ ਹੈ ਉਹ ਹੈ ਜਿਹੜਾ ਵਣਜ ਵਪਾਰ ਬਾਰੇ ਹੈ। ਲੇਕਿਨ ਉਹਦੇ ਵਿੱਚ ਨੁਕਸ ਕੀ ਸੀ ਜਿਹੜਾ ਉਸ ਡਰਾਫਟਿੰਗ ਵਿੱਚ ਉਹਦੇ ਵਿੱਚ ਇਹ ਲਿਖ ਦਿੱਤਾ ਕਿ ਉਸ ਵਪਾਰੀ ਨੂੰ ਅਧਿਕਾਰ ਹੋਏਗਾ ਕਿ ਜਦੋਂ ਤੁਹਾਡੀ ਫਸਲ ਪੱਕ ਗਈ ਹੈ ਤਾਂ ਉਹਦੀ ਗ੍ਰੇਡਿੰਗ ਵੇਖੇ ਵੀ ਜੋ ਉਸ ਗ੍ਰੇਡ ਦੇ ਮੁਤਾਬਕ ਹੈ, ਫਿਰ ਉਸ ਦੀ ਜਿਹੜੀ ਹੈ ਕੈਮੀਕਲ ਵੇਖੇ ਵੀ ਇਹਦੇ ਵਿੱਚ ਜਿਹੜੀ ਰਹਿੰਦ ਖੂੰਹਦ ਜਿਹੜੀ ਆਪਣੇ ਪੈਸਟੀਸਾਈਡਸ ਨੇ ਉਹਨਾਂ ਦੀ ਰਹਿੰਦ ਖੂੰਹਦ ਕਿੰਨੀ ਕੁ ਹੈ, ਅਤੇ ਜੇਕਰ ਉਸ ਦੇ ਪੂਰਾ ਨਹੀਂ ਉਤਰਦਾ ਤਾਂ ਉਹਦੀ ਫਸਲ ਜਿਹੜੀ ਹੈ ਜਿਹੜੀ ਉਪਜ ਹੈ ਉਹਨੂੰ ਰਿਜੈਕਟ ਕਰ ਦੇ। ਸਵਾਲ ਇਸ ਗੱਲ ਦਾ ਵੀ ਉਹ ਰਿਜੈਕਟ ਨਹੀਂ ਕਰ ਸਕਦਾ, ਹੋਣਾ ਨਹੀਂ ਇਹ ਚਾਹੀਦਾ ਸੀਗਾ ਵੀ ਜਦੋਂ ਉਹਨੇ ਸਾਰਾ ਕੁਝ ਉਹਦੇ ਮੁਤਾਬਕ ਉਹਦੇ ਕਹਿਣ ਤੇ ਕੀਤਾ ਹੈ। ਹਾਂ, ਤੇ ਫਿਰ ਉਹ ਕਿਸਾਨ ਦੀ ਉਹਦੇ ਕੀ ਗਲਤੀ ਹੈ? ਜਿਹੜੀ ਸਰਕਾਰ ਹੈ ਉਹ ਇਹ ਗੱਲ ਕਹਿੰਦੀ ਵੀ ਜਿਹੜਾ ਵੇਚਣਾ ਹੈ, ਵੇਚਣ ਦਾ ਜਿਹੜਾ ਪਾਰਟ ਹੈ ਉਹ ਤੁਹਾਡੇ ਅਧਿਕਾਰ 'ਚ ਨਹੀਂ, ਉਹ ਸਾਡੇ ਅਧਿਕਾਰ 'ਚ। ਸਰਕਾਰ ਦਾ ਇਹ ਕਹਿਣਾ ਕਿ ਅਸੀਂ ਸਰਕਾਰ ਕਿਸਾਨ ਨੂੰ ਖੁੱਲ੍ਹ ਦਿੱਤੀ ਜਿੱਥੇ ਮਰਜ਼ੀ ਵੇਚੇ, ਇਹ ਬਿਲਕੁਲ ਢੋਂਗ ਹੈ। ਉੱਥੇ ਮੈਂ ਵੇਖਿਆ ਵੀ ਬਹੁਤ ਸਾਰੀ ਕਪਾਹ ਜਿਹੜੀ ਸੀ ਨਾ ਅਣਚੁਣੀ ਖੜੀ ਸੀ। ਇੱਕ ਪਾਸੇ ਜਿਹੜੀ ਸੀ ਸੜਕ ਦੇ ਚੁਣੀ ਹੋਈ ਸੀ, ਇੱਕ ਪਾਸੇ ਉਸ ਤਰ੍ਹਾਂ ਹੀ ਖੜੀ ਸੀ ਕਪਾਹ ਜੀ। ਮੈਂ ਉਹਨਾਂ ਨੂੰ ਪੁੱਛਿਆ ਉੱਥੇ ਵੀ ਆਹ ਜਿਹੜੀ ਕਪਾਹ ਹੈ ਇਹ ਚੁਣੀ ਕਿਉਂ ਨਹੀਂ ਗਈ? ਉਹ ਕਹਿੰਦੇ ਵੀ ਜਿਹੜੀ ਸਾਡਾ ਹੈ ਨਾ ਪਰਚੇਜ਼ਰ ਜਿਹੜਾ ਹੈ ਉਹ ਜਿੰਨੀ ਕੁ ਉਹਨੂੰ ਲੋੜ ਹੁੰਦੀ ਉਨੀ ਖਰੀਦ ਲੈਂਦਾ ਹੈ, ਤੇ ਉਸ ਤੋਂ ਬਾਅਦ ਜਿਹੜੀ ਬਚੀ ਹੈ ਇਹ ਸਾਰੀ ਵਾਹੁਣੀ ਪਏਗੀ, ਇਹਦਾ ਕੋਈ ਖਰੀਦਦਾਰ ਨਹੀਂ। ਇਹਦੇ ਸਰਕਾਰ ਦਾ ਕੋਈ ਬਜਟ ਨਹੀਂ ਲੱਗਦਾ, ਕੋਈ ਪੈਸਾ ਨਹੀਂ ਲੱਗਦਾ, ਕੁਛ ਨਹੀਂ ਲੱਗਦਾ, ਪਰ ਸਰਕਾਰ ਇਹ ਵੀ ਤਾਂ ਕਰਨ ਨੂੰ ਤਿਆਰ ਨਹੀਂ ਨਾ। ਸਰਕਾਰ ਤਾਂ ਵਪਾਰੀ ਦਾ ਫਾਇਦਾ ਕਰਨਾ ਚਾਹੁੰਦੀ, ਵਪਾਰੀ ਨੂੰ ਕਹਿੰਦੀ ਹੈ ਵੀ ਤੇਰੀ ਮਰਜ਼ੀ ਹੈ, ਤੂੰ 2000 ਨੂੰ ਖਰੀਦ, ਤੂੰ 500 ਨੂੰ ਖਰੀਦ। ਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਪੁਣਛਾਣ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ RS ਲਿਬਰੇਟ। ਅੱਜ ਅਸੀਂ ਪੁਣਛਾਣ ਕਰਾਂਗੇ ਜੋ 3 ਖੇਤੀ ਕਾਨੂੰਨ ਬਿੱਲ ਕੇਂਦਰ ਵੱਲੋਂ ਜਾਰੀ ਕੀਤੇ ਗਏ ਨੇ। ਪਿਛਲੇ 7 ਮਹੀਨਿਆਂ ਤੋਂ ਕਿਸਾਨ ਦਿੱਲੀ ਦੇ ਬਰੂਹਾਂ 'ਤੇ ਬੈਠੇ ਹੋਏ ਨੇ। ਹੁਣ ਇਜਲਾਸ ਨੇੜੇ ਹੈ, ਉਹਦੇ ਲਈ ਉਹਨਾਂ ਨੇ ਇੱਕ ਚੇਤਾਵਨੀ ਪੱਤਰ ਵੀ ਆਪਦੀਆਂ ਲੋਕ ਨੁਮਾਇੰਦਿਆਂ ਨੂੰ ਜਾਰੀ ਕੀਤਾ ਕਿ ਉਹ ਇਜਲਾਸ ਉਹਨਾਂ ਚਿਰ ਚੱਲਣ ਨਾ ਦੇਣ ਜਿੰਨਾ ਚਿਰ 3 ਖੇਤੀ ਕਾਨੂੰਨਾਂ ਨੂੰ ਰੱਦ ਹੋਣ ਦੇ ਵਿੱਚ ਗੱਲ ਜਾਰੀ ਨਹੀਂ ਹੁੰਦੀ। ਸਿਆਸੀ ਧਿਰਾਂ ਉਹਨਾਂ ਦੀ ਗੱਲ ਚੇਤਾਵਨੀ ਨੂੰ ਕਿਸ ਤਰ੍ਹਾਂ ਲੈਂਦੀਆਂ ਨੇ ਇਹ ਇਜਲਾਸ ਹੋਣ 'ਤੇ ਪਤਾ ਲੱਗੇਗਾ, ਪਰ ਇਸ ਕਾਨੂੰਨਾਂ ਵਿੱਚ ਕਾਲਾ ਕੀ ਹੈ, ਗਲਤ ਕੀ ਹੈ, ਉਸ ਨੂੰ ਜਾਣਨ ਲਈ ਅਸੀਂ ਅੱਜ ਸਰਦਾਰ ਜੋਗਿੰਦਰ ਸਿੰਘ ਉੱਘੇ ਵਕੀਲ ਨੇ ਜਿਨ੍ਹਾਂ ਇਸ ਕਾਨੂੰਨਾਂ ਨੂੰ ਚੰਗੀ ਤਰ੍ਹਾਂ ਘੋਖ ਕੇ ਇੱਕ ਦਸਤਾਵੇਜ਼ ਵੀ ਜਾਰੀ ਕੀਤਾ ਜੋ ਜਾਗਰੂਕਤਾ ਲਈ ਆਮ ਜਨਤਾ ਵਿੱਚ ਮੁਫਤ ਦਿੱਤਾ ਵੀ ਜਾ ਰਿਹਾ। ਅਸੀਂ ਦਰਸ਼ਕਾਂ ਨਾਲ ਉਹਨਾਂ ਗੱਲਾਂ ਨੂੰ ਸਾਂਝਾ ਕਰਦੇ ਹਾਂ। ਦਰਸ਼ਕਾਂ ਵਿੱਚ ਵਕਫਾ ਨਾ ਬਣਦੇ ਹੋਏ ਮੈਂ ਸਿੱਧਾ ਜਾਵਾਂਗਾ ਸਰਦਾਰ ਜੋਗਿੰਦਰ ਸਿੰਘ ਤੂਰ ਵੱਲ। ਸਰਦਾਰ ਸਾਹਿਬ, ਸਕਾਈ ਨਿਊਜ਼ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਥੈਂਕ ਯੂ ਤੁਸੀਂ ਮੈਨੂੰ ਮੌਕਾ ਦਿੱਤਾ। ਇੱਕ ਹਰ ਪ੍ਰਦਰਸ਼ਨ ਵਿੱਚ ਕਿਹਾ ਜਾ ਰਿਹਾ ਕਿ 3 ਕਾਲੇ ਕਾਨੂੰਨ ਰੱਦ ਕਰੋ। ਇਹਨਾਂ ਕਾਨੂੰਨਾਂ ਵਿੱਚ ਤੁਸੀਂ ਵੀ ਕਿਤਾਬ 'ਚ ਜ਼ਿਕਰ ਕੀਤਾ ਕਿ ਕਾਲਾ ਕੀ ਹੈ? ਅਸਲ ਵਿੱਚ ਜਿਹੜੀ ਇਸ ਦੀ ਬੈਕਗਰਾਊਂਡ ਹੈ ਨਾ ਇਹਨਾਂ ਕਾਨੂੰਨਾਂ ਦੀ, ਸਰਕਾਰ ਨੇ ਇੱਕ ਮੁੱਦੇ ਦੇ ਅਧੀਨ ਆਪਣੀ ਸੋਚੀ ਸਮਝੀ ਇੱਕ ਚਾਲ ਚੱਲੀ ਹੈ ਜੀ, ਔਰ ਉਸ ਚਾਲ ਦੇ ਵਿੱਚ ਉਹ ਕਿਸਾਨਾਂ ਨੂੰ ਇਸ ਕਿਸਮ ਦਾ ਨੁਕਸਾਨ ਪਹੁੰਚਾਉਣ ਜਾ ਰਹੇ ਨੇ ਕਿ ਉਹਦੀ ਭਰਪਾਈ ਹੋਣੀ ਔਖੀ ਹੈ। ਕਿਸਾਨ ਇਹ ਕਹਿ ਰਹੇ ਸੀਗੇ ਕਿ ਸਾਡੇ ਇਹ ਜਿਹੜੇ ਕਾਨੂੰਨ ਨੇ ਸਾਡੇ ਵਾਸਤੇ ਲਾਹੇਵੰਦ ਨਹੀਂ ਹੈਗੇ, ਇਹ ਕਾਲੇ ਕਾਨੂੰਨ ਨੇ ਸਾਡੇ ਵਾਸਤੇ ਡੈਥ ਵਾਰੰਟ ਨੇ ਜੀ। ਪਰ ਸੈਂਟਰ ਸਰਕਾਰ ਇਹ ਗੱਲ ਕਹਿ ਰਹੀ ਸੀ ਕਿ ਤੁਸੀਂ ਸਾਨੂੰ ਦੱਸ ਨਹੀਂ ਰਹੇ, ਸਾਨੂੰ ਦੱਸ ਨਹੀਂ ਪਾ ਰਹੇ ਕਿ ਇਹਨਾਂ ਦੇ ਵਿੱਚ ਕਾਲਾ ਕੀ। ਤੁਸੀਂ ਇਹਨਾਂ ਨੂੰ ਕਾਲਾ ਤਾਂ ਕਹਿੰਦੇ ਹੋ, ਪਰ ਇਹਨਾਂ ਵਿੱਚ ਕਾਲਾ ਕੀ ਹੈ? ਕਿਸਾਨਾਂ ਨੇ ਕਿਹਾ ਕਿ ਅਸੀਂ 11 ਵਾਰ ਤੁਹਾਡੇ ਨਾਲ ਮੀਟਿੰਗ ਕੀਤੀ ਹੈ ਅਤੇ 11 ਵਾਰ ਅਸੀਂ ਤੁਹਾਨੂੰ ਦੱਸਿਆ ਵੀ ਇਹਦੇ ਵਿੱਚ ਕੀ ਹੈ, ਨੁਕਸ ਕੀ ਹੈ, ਸਾਨੂੰ ਕਿਸ ਤਰ੍ਹਾਂ ਸਾਡੇ ਅਨੁਕੂਲ ਨਹੀਂ ਹੈਗੇ, ਅਤੇ ਇਹਦੇ ਵਿੱਚ ਕਾਲਾ ਕੀ ਹੈ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ। ਫਿਰ ਵੀ ਐਗਰੀਕਲਚਰ ਮਿਨਿਸਟਰ ਨੇ ਅਤੇ ਪ੍ਰਧਾਨ ਮੰਤਰੀ ਨੇ ਦੋਨਾਂ ਨੇ ਪਾਰਲੀਮੈਂਟ ਵਿੱਚ ਸਟੇਟਮੈਂਟ ਦੇ ਦਿੱਤੀ ਕਿ ਕਿਸਾਨ ਸਾਨੂੰ ਦੱਸ ਨਹੀਂ ਪਾ ਰਹੇ ਕਿ ਇਹਨਾਂ ਕਾਨੂੰਨਾਂ ਵਿੱਚ ਕਾਲਾ ਕੀ ਹੈ। ਫਿਰ ਤੁਸੀਂ ਉਹ ਉਪਰਾਲਾ ਕੀਤਾ? ਹਾਂ, ਫਿਰ ਮੈਂ ਉਪਰਾਲਾ ਕੀਤਾ
ਚਲੋ ਉਹ ਤਾਂ ਇੱਕ ਵੱਖਰੀ ਗੱਲ ਹੈ। ਤੁਸੀਂ ਇਹ ਦੱਸੋ ਕਿ ਇਹਨਾਂ ਕਾਨੂੰਨਾਂ ਨੂੰ ਕਾਨੂੰਨੀ ਤੌਰ ਤੇ ਜਿਹੜਾ ਨਕਾਰਾਤਮਕ ਚੀਜ਼ ਇਹ 'ਚ ਹੈਗੀ ਹੈ, ਜਿਹੜੀ ਖੇਤੀ ਤੇ ਖੇਤ ਲਈ ਨੁਕਸਾਨਦੇਹ ਹੈ, ਉਹ ਕਿਹੜੀਆਂ ਚੀਜ਼ਾਂ ਨੇ? ਇਹਨਾਂ 3 ਕਾਨੂੰਨਾਂ ਵਿੱਚੋਂ ਨਾ ਜਿਹੜਾ ਸਭ ਤੋਂ ਜ਼ਿਆਦਾ ਖਤਰਨਾਕ ਹੈ ਉਹ ਹੈ ਜਿਹੜਾ ਵਣਜ ਵਪਾਰ ਬਾਰੇ ਹੈ। ਇੱਕ ਹੈ ਆਪਣਾ ਕੰਟਰੈਕਟ ਫਾਰਮਿੰਗ ਬਾਰੇ, ਇੱਕ ਹੈ ਐਸੈਂਸ਼ੀਅਲ ਕਮੋਡਿਟੀ ਬਾਰੇ। ਜੀ। ਜਿਹੜਾ ਕੰਟਰੈਕਟ ਫਾਰਮਿੰਗ ਬਾਰੇ ਹੈ ਉਹ ਆਪਸ਼ਨਲ ਹੈ, ਉਹ ਕਿਸਾਨ ਦੀ ਮਰਜ਼ੀ ਹੈ ਕੰਟਰੈਕਟ ਫਾਰਮਿੰਗ ਕਰੇ ਜਾਂ ਨਾ ਕਰੇ। ਯਾਨੀ ਠੇਕਾਦਾਰ ਤੇ ਜਿਹੜੀ ਖੇਤੀਬਾੜੀ ਹੈ ਉਹ ਕਰੇ ਨਾ ਕਰੇ, ਉਹ ਜਾਨੀ ਮਰਜ਼ੀ ਹੈ ਉਹਦੀ ਮਰਜ਼ੀ ਹੈ। ਠੀਕ ਹੈ, ਉਹਦੇ ਤੇ ਪਾਬੰਦੀ ਨਹੀਂ ਹੈ ਜੀ। ਪਰ ਆਪਾਂ ਨੂੰ ਇਤਰਾਜ਼ ਇਸ ਗੱਲ ਦਾ ਹੈ ਵੀ ਜਿਹੜਾ ਉਹਨਾਂ ਨੇ ਉਹਨੂੰ ਡਰਾਫਟ ਕੀਤਾ ਹੈ, ਵੀ ਜਿਹੜਾ ਐਗਰੀਮੈਂਟ ਹੋਏਗਾ, ਜਿਹੜਾ ਪ੍ਰੋਵੀਜ਼ਨ ਹੋਏਗਾ, ਉਹ ਕਿਸ ਤਰ੍ਹਾਂ ਚੱਲੇਗਾ, ਉਹ ਨੁਕਸਦਾਰ ਹੈ। ਉਹਦੇ ਵਿੱਚ ਉਹਨਾਂ ਨੇ ਕੀ ਕਿਹਾ, ਉਹਦੇ ਵਿੱਚ ਉਹਨਾਂ ਨੇ ਇਹ ਲਿਖ ਦਿੱਤਾ ਕਿ ਜਿਹੜਾ ਕੰਟਰੈਕਟ ਫਾਰਮਿੰਗ, ਜਿਹੜਾ ਕੰਟਰੈਕਟ ਹੋਏਗਾ, ਉਹਦੇ ਵਿੱਚ ਜਿਹੜਾ ਬੰਦਾ ਵਪਾਰੀ ਹੈ ਜੀ, ਉਹ ਤੁਹਾਨੂੰ ਸਾਰਾ ਕੁਝ ਪ੍ਰੋਵਾਈਡ ਕਰੇਗਾ। ਉਹ ਤੁਹਾਨੂੰ ਬੀਜ ਵੀ ਦੇਗਾ, ਖਾਦ ਵੀ ਦੇਗਾ, ਤੁਹਾਨੂੰ ਟੈਕਨੋਲੋਜੀ ਵੀ ਦੇਗਾ, ਤੁਹਾਨੂੰ ਦੱਸੇਗਾ ਕਿ ਕਿਹੜਾ ਸਪਰੇਅ ਕਰਨਾ ਹੈ, ਕਦੋਂ ਕਰਨਾ ਹੈ, ਪਾਣੀ ਕਦੋਂ ਦੇਣਾ, ਕਿੰਨਾ ਦੇਣਾ ਹੈ, ਉਹਦੀ ਦੇਖਭਾਲ ਕਿਵੇਂ ਕਰਨੀ ਹੈ, ਉਹ ਸਾਰਾ ਕੁਝ ਦੱਸੇਗਾ ਤੁਹਾਨੂੰ। ਲੇਕਿਨ ਉਹਦੇ ਵਿੱਚ ਨੁਕਸ ਕੀ ਸੀ ਜਿਹੜਾ ਉਸ ਡਰਾਫਟਿੰਗ ਵਿੱਚ, ਉਹਦੇ ਵਿੱਚ ਇਹ ਲਿਖ ਦਿੱਤਾ ਕਿ ਉਹ ਵਪਾਰੀ ਨੂੰ ਅਧਿਕਾਰ ਹੋਏਗਾ ਕਿ ਜਦੋਂ ਤੁਹਾਡੀ ਫਸਲ ਪੱਕ ਗਈ ਹੈ ਤਾਂ ਉਹਦੀ ਗ੍ਰੇਡਿੰਗ ਵੇਖੇ ਵੀ ਜੋ ਉਸ ਗ੍ਰੇਡ ਦੇ ਮੁਤਾਬਕ ਹੈ, ਫਿਰ ਉਸ ਦੀ ਜਿਹੜੀ ਹੈ ਕੈਮੀਕਲ ਵੇਖੇ ਵੀ ਇਹਦੇ ਵਿੱਚ ਜਿਹੜੀ ਰਹਿੰਦ ਖੂੰਹਦ, ਜਿਹੜੀ ਆਪਣੇ ਪੈਸਟੀਸਾਈਡਸ ਨੇ, ਉਹਨਾਂ ਦੀ ਰਹਿੰਦ ਖੂੰਹਦ ਕਿੰਨੀ ਕੁ ਹੈ, ਅਤੇ ਜੇਕਰ ਉਸ ਦੇ ਪੂਰਾ ਨਹੀਂ ਉਤਰਦਾ ਤਾਂ ਉਹਦੀ ਫਸਲ ਜਿਹੜੀ ਹੈ, ਜਿਹੜੀ ਉਪਜ ਹੈ, ਉਹਨੂੰ ਰਿਜੈਕਟ ਕਰ ਦੇਗਾ। ਹੁਣ ਕਿਸਾਨ ਨੇ ਜਿਹੜਾ ਬੀਜ ਦਿੱਤਾ ਵਪਾਰੀ ਨੇ, ਉਹ ਬੀਜਿਆ, ਜਿਸ ਤਰੀਕੇ ਨਾਲ ਉਹਨੇ ਕਿਹਾ ਵੀ ਸਪਰੇਅ ਕਰਨੀ ਹੈ, ਜਿਸ ਚੀਜ਼ ਦੀ ਸਪਰੇਅ ਕਰਨੀ ਉਹ ਕੀਤੀ। ਚਲੋ ਜਾਣੇ ਕਹਿਣ ਦਾ ਮਤਲਬ ਵੀ ਜਿਹਦੇ ਨਾਲ ਠੇਕਾ ਹੋਇਆ ਉਹਦਾ, ਉਹਨੇ ਉਹਦੇ ਮੁਤਾਬਕ ਕੰਮ ਕੀਤਾ। ਹਾਂ। ਐਂਡ ਤੇ ਜਦੋਂ ਫਸਲ ਬਣ ਜਾਂਦੀ ਹੈ, ਉਸ ਤੋਂ ਬਾਅਦ ਜਿਹੜਾ ਅਧਿਕਾਰ ਹੈ ਉਹ ਠੇਕੇਦਾਰ ਕੋਲ ਹੀ ਰਹਿ ਗਿਆ ਵੀ ਇਹਦਾ ਕੁਝ ਕਰਨਾ ਜਾਂ ਨਹੀਂ। ਹਾਂ, ਉਹ ਰਿਜੈਕਟ ਕਰ ਸਕਦਾ ਉਹਨੂੰ। ਸਵਾਲ ਇਸ ਗੱਲ ਦਾ ਵੀ ਉਹ ਰਿਜੈਕਟ ਨਹੀਂ ਕਰ ਸਕਦਾ। ਹੋਣਾ ਨਹੀਂ ਇਹ ਚਾਹੀਦਾ ਸੀਗਾ ਵੀ ਜਦੋਂ ਉਹਨੇ ਸਾਰਾ ਕੁਝ ਉਹਦੇ ਮੁਤਾਬਕ ਉਹਦੇ ਕਹਿਣ ਤੇ ਕੀਤਾ ਹੈ। ਹਾਂ, ਤੇ ਫਿਰ ਕਿਸਾਨ ਦੀ ਕੀ ਗਲਤੀ ਹੈ? ਹਾਂ, ਕਿਸਾਨ ਦੀ ਉਹਦੇ 'ਚ ਕੀ ਗਲਤੀ ਹੈ? ਸੋ ਉਹ ਜਿਹੜਾ ਕਾਨੂੰਨ ਬਣਾਇਆ ਨਾ, ਕਾਨੂੰਨ ਬਣਾਉਣ ਵੇਲੇ ਜਿਹੜੀ ਪੱਖਪਾਤ ਕੀਤਾ ਉਹ ਵਪਾਰੀ ਦਾ ਕੀਤਾ, ਕਿਸਾਨ ਦਾ ਹੱਕ ਨਹੀਂ ਮਾਰਿਆ। ਚਲੋ ਇਹ ਤਾਂ ਇੱਕ ਨੁਕਤਾ ਹੋਇਆ। ਹੋਰ ਕਿਹੜੀ ਖਾਸ ਗੱਲ ਹੈ? ਦੂਜਾ ਉਸ ਦੇ ਵਿੱਚ ਜਿਹੜਾ ਤਰੀਕਾ ਦੱਸਿਆ ਗਿਆ ਵੀ ਇਹਦੀ ਜੇਕਰ ਡਿਸਪਿਊਟ ਹੋ ਜਾਏ ਤਾਂ ਉਹਨੂੰ ਨਿਬੇੜਾ ਕਿਵੇਂ ਕਰਨਾ ਹੈ ਜੀ। ਉਹ ਡਿਸਪਿਊਟ ਦਾ ਜਿਹੜਾ ਪ੍ਰੋਵੀਜ਼ਨ ਹੈ ਉਹ ਵੀ ਸਾਰਾ ਜਿਹੜਾ ਹੈ ਉਹ ਨੁਕਸਦਾਰ ਹੈ। ਵੀ ਕਿਸਾਨ ਨੂੰ ਤੁਸੀਂ ਖਾਹ ਮਖਾਹ ਦੀ ਮੁਕੱਦਮੇਬਾਜ਼ੀ ਪਾ ਰਹੇ ਹੋ, ਅਤੇ ਉਹ ਮੁਕੱਦਮੇਬਾਜ਼ੀ ਇੱਕ ਵੱਡੇ ਬੰਦੇ ਦੇ ਖਿਲਾਫ, ਇੱਕ ਗਰੀਬ ਕਿਸਾਨ ਦੀ ਜਿਹੜੀ ਮੁਕੱਦਮੇਬਾਜ਼ੀ ਹੈ ਉਹ ਵਾਰਾ ਨਹੀਂ ਖਾਂਦੀ ਕਿਸਾਨ ਨੂੰ, ਨਾ ਹੀ ਉਹਦਾ ਮੁਕਾਬਲਾ ਕਰ ਸਕਦਾ ਜੀ। ਕਿਉਂਕਿ ਜਿਹੜੀ ਪਹੁੰਚ ਹੈ, ਜਿਹੜੀ ਵਪਾਰੀ ਦੀ ਪਹੁੰਚ ਹੈ, ਉਹ ਪੈਸੇ ਦੇ ਲਿਹਾਜ਼ ਨਾਲ ਜ਼ਿਆਦਾ ਹੈ, ਉਹਦਾ ਅਸਰ ਸੁਖ ਜ਼ਿਆਦਾ ਹੈ, ਅਤੇ ਕਿਸਾਨ ਨਾ ਅਫੋਰਡ ਕਰ ਸਕਦਾ ਉਸ ਮੁਕੱਦਮੇਬਾਜ਼ੀ ਨੂੰ, ਨਾ ਹੀ ਉਸ ਨੂੰ ਉਸਦੀ ਪੈਰਵੀ ਕਰ ਸਕਦਾ। ਇਸ ਕਰਕੇ ਜਿਹੜਾ ਇਹਨੇ ਕਾਨੂੰਨ ਬਣਾਇਆ ਨਾ, ਇਹ ਕਿਸਾਨਾਂ ਦਾ ਜਿਹੜਾ ਹਿੱਤ ਹੈ ਉਹਨੂੰ ਧਿਆਨ ਰੱਖ ਨਹੀਂ ਬਣਾਇਆ ਗਿਆ। ਕਿਸਾਨ ਦੀ ਹਾਲਤ, ਕਿਸਾਨ ਦੀ ਪਹੁੰਚ ਜਾਂ ਉਹਦਾ ਸੁੱਖ ਦੇਖ ਕੇ ਨਹੀਂ ਬਣਾਇਆ ਗਿਆ। ਨਹੀਂ ਬਣਾਇਆ ਗਿਆ। ਅੱਛਾ, ਇਹ ਦੂਸਰਾ ਹੋ ਗਿਆ। ਹੋਰ ਤੀਸਰੀ ਗੱਲ ਕੋਈ? ਉਹਦੇ ਵਿੱਚ ਤਾਂ ਮੇਨ ਇਹ ਹੀ ਹੈ ਵੀ ਜਿਹੜਾ ਇਹ ਹੋ ਗਿਆ ਦੂਸਰਾ ਕਾਨੂੰਨ। ਹਾਂ, ਇਹ ਹੋ ਗਿਆ ਦੂਸਰਾ ਕਾਨੂੰਨ। ਜਿਹੜਾ ਇੱਕ ਹੋਰ ਕਾਨੂੰਨ ਤੁਸੀਂ ਕਹਿੰਦੇ ਸੀ ਜਿਹੜੇ 'ਚ ਗੜਬੜ ਹੈ? ਹਾਂ, ਜਿਹੜੀ ਗੜਬੜ ਹੈ ਉਹ ਹੈਗੀ ਜਿਹੜਾ ਵਣਜ ਵਪਾਰ ਬਾਰੇ ਆ। ਅੱਛਾ ਜੀ। ਜਿਹਨੂੰ ਵਣਜ ਵਪਾਰ ਬਾਰੇ ਕਹਿੰਦੇ ਆ ਜੀ। ਉਹ ਇਹ ਗੱਲ ਕਹਿੰਦੇ ਨੇ ਕਿ ਤੁਸੀਂ ਫਸਲ ਬੀਜ ਲਈ ਜੀ, ਪੈਦਾ ਕਰ ਲਈ, ਮਾਰਕੀਟ 'ਚ ਲੈ ਆਏ, ਉਹਨੂੰ ਜਿਹੜਾ ਵੇਚਣ ਦਾ ਅਧਿਕਾਰ ਹੈ ਉਹ ਐਗਰੀਕਲਚਰ ਨਹੀਂ ਹੈ। ਕਿਵੇਂ? ਦੁਬਾਰਾ ਥੋੜਾ ਕਲੀਅਰ ਕਰਿਓ। ਉਹ ਵੀ ਵੇਚਣ ਦਾ ਅਧਿਕਾਰ? ਫਰਜ਼ ਕਰ ਲਓ ਮੈਂ ਗੰਨਾ ਬੀਜਿਆ ਜੀ, ਕਿਸਾਨ ਨੇ ਗੰਨਾ ਬੀਜਿਆ ਜੀ, ਗੰਨਾ ਬੀਜਿਆ ਤੇ ਵੇਚਿਆ, ਇਹ ਐਗਰੀਕਲਚਰ ਹੈ ਜੀ। ਗੰਨੇ ਤੋਂ ਖੰਡ ਬਣੀ ਹੈ, ਉਹ ਐਗਰੀਕਲਚਰ ਨਹੀਂ, ਉਹ ਇੰਡਸਟਰੀ ਹੈ। ਯਾਨੀ ਇਹਨੂੰ ਪ੍ਰੋਸੈਸਿੰਗ ਦੀ ਗੱਲ ਕਿਹਾ ਜਾ ਸਕਦਾ? ਉਹਨੂੰ ਪ੍ਰੋਸੈਸਿੰਗ ਹੈ, ਉਹ ਇੰਡਸਟਰੀ ਹੈ ਜੀ। ਹੁਣ ਉਹ ਜਿਹੜੀ ਸਰਕਾਰ ਹੈ ਉਹ ਇਹ ਗੱਲ ਕਹਿੰਦੀ ਵੀ ਜਿਹੜਾ ਵੇਚਣਾ ਹੈ, ਵੇਚਣ ਦਾ ਜਿਹੜਾ ਪਾਰਟ ਹੈ ਉਹ ਤੁਹਾਡੇ ਅਧਿਕਾਰ 'ਚ ਨਹੀਂ, ਉਹ ਸਾਡੇ ਅਧਿਕਾਰ 'ਚ ਹੈ ਜੀ। ਇਹ ਇੱਕ ਵੱਡਾ ਜਾਨੀ ਕਿ ਜਿਹੜਾ ਗਲਤ ਨੁਕਤਾ ਅਪਣਾਇਆ ਗਿਆ, ਜਿਹੜਾ ਕਿਸਾਨੀ ਤੇ ਕਿਸਾਨ ਦੇ ਖਿਲਾਫ ਗਲਤ ਪਹੁੰਚ ਬਣਾਈ ਗਈ ਹੈ ਜੀ। ਵੀ ਜਿਹੜਾ ਵੇਚਣ ਦਾ ਅਧਿਕਾਰ ਹੈ ਉਹ ਐਗਰੀਕਲਚਰ 'ਚ ਨਹੀਂ ਆਉਂਦਾ ਜੀ। ਆਪਾਂ ਕਿਸਾਨ ਇਹ ਗੱਲ ਕਹਿੰਦਾ ਹੈ ਕਿ ਪੈਦਾ ਕਰਨਾ ਔਰ ਵੇਚਣਾ ਦੋਨੋਂ ਇਹ ਮੇਰਾ ਹੱਕ ਹੈ, ਮੇਰਾ ਅਧਿਕਾਰ ਹੈ, ਤੁਸੀਂ ਮੈਨੂੰ ਡਾਇਰੈਕਟ ਨਹੀਂ ਕਰ ਸਕਦੇ। ਯਾਨੀ ਇਹ ਉਹਦਾ ਹੱਕ ਖੋਇਆ ਜਾ ਰਿਹਾ, ਇਹ ਖੋਇਆ ਜਾ ਰਿਹਾ। ਅੱਛਾ, ਫਿਰ ਦੂਜਾ ਜਿਹੜਾ ਹੈ ਜੀ, ਵੇਚਣ ਦਾ ਜਿਹੜੀ ਉਹਨਾਂ ਨੇ ਪ੍ਰੋਵੀਜ਼ਨ ਬਣਾਇਆ
ਜੀ। ਉਹ ਕਹਿੰਦੇ ਨੇ 3-4 ਗੱਲਾਂ ਕਹਿੰਦੇ ਨੇ ਵੀ ਅਸੀਂ ਤੁਹਾਨੂੰ ਸਹੂਲਤ ਦਿੱਤੀ ਹੈ ਵੀ ਤੁਸੀਂ ਜਿੱਥੇ ਮਰਜ਼ੀ ਵੇਚੋ, ਤੁਸੀਂ ਪੰਜਾਬ 'ਚ ਵੇਚੋ, ਤੁਸੀਂ ਹਰਿਆਣਾ 'ਚ ਵੇਚੋ, ਤੁਸੀਂ ਮੱਧ ਪ੍ਰਦੇਸ਼ 'ਚ ਵੇਚੋ, ਜਿੱਥੇ ਜੀ। ਮਰਜ਼ੀ ਆਪਣੀ ਫਸਲ ਲੈ ਜਾਓ, ਵੀ ਅਸੀਂ ਤੁਹਾਨੂੰ ਇਹ ਸਹੂਲਤ ਦਿੱਤੀ ਹੈ। ਜੀ ਉਹ ਇਹ ਨਹੀਂ ਸਮਝਦੇ ਕਿ ਜਿਹੜਾ ਕਿਸਾਨ ਹੈ, ਜਿਹਦੇ ਕੋਲ 2 ਜਾਂ 4 ਕਿੱਲੇ ਜਾਂ 5 ਕਿੱਲੇ ਜ਼ਮੀਨ ਹੈ, ਉਹਦੀ ਜਿਹੜੀ ਸਾਰੀ ਫਸਲ ਹੈ ਇੱਕ ਟਰਾਲੀ 'ਚ ਆ ਜਾਂਦੀ ਹੈ। ਜੀ ਇੱਕ ਟਰਾਲੀ ਜਿਹੜੀ ਹੈ ਉਹ ਉਹਨੇ ਹਾਰਵੈਸਟਿੰਗ ਕੰਬਾਈਨ ਵੀ ਕਿਰਾਏ ਤੇ ਕੀਤੀ ਹੈ, ਉਹਨੇ ਟਰਾਲੀ ਵੀ ਕਿਰਾਏ ਤੇ ਕੀਤੀ ਹੈ। ਜਿਹਨੇ ਤੇ ਟਰਾਲੀ ਵਾਲਾ ਇਹ ਗੱਲ ਕਹਿੰਦਾ ਵੀ ਮੈਨੂੰ ਦੱਸੋ ਮੈਂ ਕਿੱਥੇ ਸਿੱਟਣੀ ਹੈ, ਵੀ ਮੈਂ ਤਾਂ ਆਪਣੀ ਟਰਾਲੀ ਖਾਲੀ ਕਰਕੇ ਵਾਪਸ ਲੈ ਕੇ ਜਾਣੀ ਹੈ। ਹੁਣ ਉਹ ਇੱਕ ਟਰਾਲੀ ਜਿਹੜੀ ਫਸਲ ਹੈ ਉਹਨੂੰ ਮਹਾਰਾਸ਼ਟਰ ਤੋਂ ਨਹੀਂ ਲਿਜਾ ਸਕਦਾ, ਉਹਨੂੰ ਕਿਤੇ ਹੋਰ ਵੀ ਨਹੀਂ ਲਿਜਾ ਸਕਦਾ, ਉਹਨੂੰ ਤਾਂ ਉੱਥੇ ਹੀ ਵੇਚਣੀ ਪਏਗੀ ਜਿੱਥੇ ਉਹਦੀ ਹੈ। ਜੀ ਸਰਕਾਰ ਦਾ ਇਹ ਕਹਿਣਾ ਕਿ ਅਸੀਂ ਸਰਕਾਰ ਕਿਸਾਨ ਨੂੰ ਖੁੱਲ੍ਹ ਦਿੱਤੀ ਹੈ ਜਿੱਥੇ ਮਰਜ਼ੀ ਵੇਚੇ, ਇਹ ਬਿਲਕੁਲ ਢੌਂਗ ਹੈ ਤੇ ਇੱਕ ਕਿਸਮ ਦੀ ਜਿਹੜੀ ਹੈ ਗੈਰ ਦਿਆਨਤਦਾਰੀ ਹੈ। ਦੂਜਾ ਇਹ ਗੱਲ ਕਹਿੰਦੇ ਨੇ ਕਿ ਅਸੀਂ ਕਿਸਾਨ ਨੂੰ ਮੁਕਤ ਕੀਤਾ ਹੈ ਕਿ ਜਿਹੜਾ ਤੁਹਾਡੇ ਤੇ ਟੈਕਸ ਲੱਗਦਾ ਸੀਗਾ ਉਹ ਤੁਹਾਡੇ ਤੇ ਟੈਕਸ ਨਹੀਂ ਲੱਗੇਗਾ। ਜੀ ਇਹ ਗੱਲ ਵੀ ਗਲਤ ਹੈ ਸਰਕਾਰ ਦੀ, ਕਿਉਂਕਿ ਜਿਹੜਾ APMC ਐਕਟ ਹੈ ਉਹਦੇ ਵਿੱਚ ਇਹ ਖਾਸ ਲਿਖਿਆ ਹੋਇਆ ਹੈ ਕਿ ਜਿਹੜਾ ਵੀ ਜੋ ਵੀ ਚਾਰजेस ਨੇ ਉਹ ਖਰੀਦਦਾਰ ਨੇ ਦੇਣੇ ਨੇ, ਕਿਸਾਨ ਨੇ ਨਹੀਂ ਦੇਣੇ। ਇਹ ਜੋ ਜਾਨੀ ਟੈਕਸ ਪੈਣਾ ਜਾਂ ਹੋਰ ਚੀਜ਼ਾਂ ਪੈਣੇ ਨਹੀਂ ਉਹ ਕਿਸਾਨ ਨਹੀਂ ਦੇਗਾ, ਜਿਹੜਾ ਖਰੀਦਦਾਰ ਦੇਗਾ। ਖਰੀਦਦਾਰ ਦੇਗਾ। ਇਹਦੇ ਚ ਕਰਤਾ ਕਿਸਾਨ ਤੇ ਪਤਾ ਨਹੀਂ, ਕਿਸਾਨ ਤੇ ਨਹੀਂ ਨਾ ਪਾਇਆ ਜੀ। ਕਿ ਕਿਸਾਨ ਨੂੰ ਇਹ ਗੱਲ ਕਹੀਏ ਵੀ ਅਸੀਂ ਤੁਹਾਨੂੰ ਇਸ ਖਰਚੇ ਤੋਂ ਮੁਕਤ ਕਰ ਦਿੱਤਾ। ਜੀ ਜੀ ਉਹ ਤਾਂ ਪਹਿਲਾਂ ਹੀ ਮੁਕਤ ਹੈ, ਉਹਦੇ ਤੇ ਪੈਂਦਾ ਹੀ ਨਹੀਂ ਸੀਗਾ ਖਰਚਾ। ਇਹ ਅੱਛਾ ਪਹਿਲਾਂ ਹੀ ਨਹੀਂ ਪੈ ਰਿਹਾ ਸੀਗਾ ਜੀ। ਪਹਿਲਾਂ ਹੀ ਨਹੀਂ ਪੈ ਰਿਹਾ ਸੀਗਾ ਜੀ ਉਹ ਖਰੀਦਦਾਰ ਤੇ ਪੈ ਰਿਹਾ ਸੀਗਾ। ਦੂਜਾ ਉਹਦੇ ਵਿੱਚ ਇਹ ਹੈ। ਤੀਜਾ ਉਹਦੇ ਵਿੱਚ ਇਹ ਹੈ ਕਿ ਜਿਹੜੀ APMC ਐਕਟ ਹੈ ਉਹਦੇ ਵਿੱਚ ਮੰਡੀ ਡਿਫਾਈਨਡ ਹੈ ਵੀ ਤੁਸੀਂ ਮੰਡੀ ਦੇ ਵਿੱਚ ਲਿਜਾ ਕੇ ਢੇਰੀ ਕਰਦੇ ਹੋ, ਉੱਥੇ ਬੋਲੀ ਹੋਏਗੀ, ਉੱਥੇ ਵਪਾਰੀ ਆਏਗਾ, ਉਹ ਖਰੀਦੇਗਾ। ਜੀ ਹੁਣ ਇਹਨਾਂ ਨੇ ਕੀ ਕੀਤਾ ਹੈ ਕਿ ਤੁਸੀਂ ਇੱਕ ਟ੍ਰੇਡ ਏਰੀਆ ਡਿਫਾਈਨ ਕਰ ਦਿੱਤਾ ਵੀ ਟ੍ਰੇਡ ਏਰੀਆ ਕਿਹੜਾ ਹੋਏਗਾ। ਜੀ ਟ੍ਰੇਡ ਏਰੀਆ ਦੇ ਵਿੱਚ ਉਹਨੇ ਕਿਹਾ ਵੀ ਜਿਹੜਾ ਫਾਰਮ ਗੇਟ ਹੈ ਜਾਂ ਜਿਹੜਾ ਖੇਤ ਹੈ ਉਹ ਟ੍ਰੇਡ ਏਰੀਆ, ਤੁਸੀਂ ਉੱਥੋਂ ਖਰੀਦ ਸਕਦੇ ਹੋ, ਤੁਹਾਨੂੰ ਮੰਡੀ 'ਚ ਲਿਆਉਣ ਦੀ ਲੋੜ ਨਹੀਂ। ਤੇ ਨਾਲ ਦੀ ਨਾਲ ਇਹ ਕਹਿ ਦਿੱਤਾ ਕਿ ਟ੍ਰੇਡ ਏਰੀਆ ਦੀ ਡੈਫੀਨੇਸ਼ਨ ਦੇ ਵਿੱਚ ਜਿਹੜੀਆਂ ਮੌਜੂਦਾ ਮੰਡੀਆਂ ਨੇ ਜੀ ਉਹ ਉਹਦੇ ਵਿੱਚ ਨਹੀਂ ਗਿਣੀਆਂ ਜਾਣਗੀਆਂ। ਦੇ ਵਿਲ ਨਾਟ ਇਨਕਲੂਡ ਦੀ ਐਗਜ਼ਿਸਟਿੰਗ ਮਾਰਕੀਟ ਕਮੇਟੀ। ਨਵੀਆਂ ਮੰਡੀਆਂ ਬਣਾਈਆਂ ਜਾਣਗੀਆਂ। ਹਾਂ, ਨਵੀਆਂ ਮੰਡੀਆਂ ਬਣਾਈਆਂ ਜਾਣਗੀਆਂ ਜਿਸ ਦਾ ਸਿੱਧਾ ਖਰੀਦ ਕੀਤਾ ਜਾਏਗਾ। ਹੁਣ ਉਸ ਦਾ ਨੁਕਸਾਨ ਕੀ ਹੈ ਜੀ ਕਿ ਕਿਸਾਨ ਨੇ ਤਾਂ ਫਸਲ ਕੱਟਣੀ ਹੈ, ਲਿਆ ਕੇ ਤੇ ਕਿਤੇ ਢੇਰੀ ਕਰਨੀ ਹੈ। ਕਿਸਾਨ ਕੋਲ ਤਾਂ ਜਗ੍ਹਾ ਹੈ ਨਹੀਂ ਵੀ ਕਿੱਥੇ ਰੱਖੇ ਹੋ, ਜੀ ਉਹਨੇ ਤਾਂ ਜਾ ਕੇ ਮੰਡੀ 'ਚ ਲਿਆ ਕੇ ਢੇਰੀ ਕਰਨੀ ਹੈ। ਜੀ ਮੰਡੀ ਤੁਸੀਂ ਟ੍ਰੇਡ ਏਰੀਆ 'ਚ ਕੱਢ ਦਿੱਤੀ ਹੈ, ਉਹ ਫਸਲ ਆਪਣੇ ਘਰ ਤਾਂ ਰੱਖ ਨਹੀਂ ਸਕਦਾ। ਹੁਣ ਦੂਜੀ ਗੱਲ ਉਹ ਕਹਿੰਦੇ ਵੀ ਵਪਾਰੀ ਖਰੀਦੇਗਾ ਤੁਹਾਡੇ ਘਰ ਤੋਂ। ਵਪਾਰੀ ਫਰਜ਼ ਕਰ ਲਓ ਅੱਧੇ ਪਿੰਡ ਦੀ ਖਰੀਦ ਲੈਂਦਾ, ਅੱਧੇ ਪਿੰਡ ਦੀ ਛੱਡ ਜਾਂਦਾ, ਤਾਂ ਉਹ ਫਿਰ ਜਿਹੜਾ ਅੱਧਾ ਪਿੰਡ ਆ ਉਹ ਕਿੱਥੇ ਲੈ ਕੇ ਜਾਏਗਾ ਫਸਲ ਨੂੰ। ਤੁਸੀਂ ਟ੍ਰੇਡ ਏਰੀਆ ਦੇ ਵਿੱਚ ਮੰਡੀ ਤਾਂ ਕੱਢ ਦਿੱਤੀ, ਜੀ ਉੱਥੇ ਲਿਜਾ ਨਹੀਂ ਸਕਦਾ, ਉੱਥੇ ਵਪਾਰੀ ਨਹੀਂ ਆਉਣਾ, ਤਾਂ ਉਹ ਫਿਰ ਲੈ ਕੇ ਕਿੱਥੇ ਜਾਏਗਾ। ਮੈਂ ਇਹ ਵੇਖਿਆ ਉੱਥੇ ਗ੍ਰੀਸ ਦੇ ਵਿੱਚ ਵੇਖਿਆ, ਮੈਂ ਗ੍ਰੀਸ ਗਿਆ ਸੀਗਾ, ਜੀ ਉੱਥੇ ਮੈਂ ਵੇਖਿਆ ਵੀ ਬਹੁਤ ਸਾਰੀ ਕਪਾਹ ਜਿਹੜੀ ਸੀ ਨਾ ਅਣਚੁਣੀ ਖੜੀ ਸੀਗੀ। ਇੱਕ ਪਾਸੇ ਜਿਹੜੀ ਸੀ ਸੜਕ ਦੇ ਚੁਣੀ ਹੋਈ ਸੀ, ਇੱਕ ਪਾਸੇ ਉਸ ਤਰ੍ਹਾਂ ਹੀ ਖੜੀ ਸੀ ਕਪਾਹ। ਜੀ ਮੈਂ ਉਹਨਾਂ ਨੂੰ ਪੁੱਛਿਆ ਉੱਥੇ ਵੀ ਆਹ ਜਿਹੜੀ ਕਪਾਹ ਹੈ ਇਹ ਚੁਣੀ ਕਿਉਂ ਨਹੀਂ ਗਈ। ਉਹ ਕਹਿੰਦੇ ਵੀ ਜਿਹੜੀ ਸਾਡਾ ਹੈ ਨਾ ਪਰਚੇਜ਼ਰ ਜਿਹੜਾ ਹੈ ਉਹ ਜਿੰਨੀ ਕੁ ਉਹਨੂੰ ਲੋੜ ਹੁੰਦੀ ਉਨੀ ਖਰੀਦ ਲੈਂਦਾ ਹੈ, ਤੇ ਉਸ ਤੋਂ ਬਾਅਦ ਜਿਹੜੀ ਬਚੀ ਹੈ ਇਹ ਸਾਰੀ ਵਾਹੁਣੀ ਪਏਗੀ, ਇਹਦਾ ਕੋਈ ਖਰੀਦਦਾਰ ਨਹੀਂ ਹੈਗਾ। ਜੀ ਇਹੀ ਹਾਲਤ ਹਿੰਦੁਸਤਾਨ 'ਚ ਆਉਣ ਜਾ ਰਿਹਾ। ਯਾਨੀ ਉਹੀ ਮਾਡਲ ਇੱਧਰ ਆਏਗਾ। ਉਹੀ ਮਾਡਲ ਇੱਧਰ ਆਏਗਾ ਵੀ ਜਿਹੜਾ ਵਪਾਰੀ ਆ ਉਹਨੇ ਜਿੰਨੀ ਚਾਹੀਦੀ ਉਹਨੇ ਖਰੀਦ ਲਈ, ਜਿਹੜੀ ਬਾਕੀ ਉਹ ਕਿੱਥੇ ਜਾਏਗੀ। ਯਾਨੀ ਜਿਹੜਾ ਪ੍ਰੋਡਿਊਸਰ ਹੈ, ਜਿਹੜਾ ਪੈਦਾ ਕਰਨ ਵਾਲਾ, ਨੁਕਸਾਨ ਤਾਂ ਉਹਦਾ ਰਹਿ ਗਿਆ। ਨੁਕਸਾਨ ਤਾਂ ਉਹਦਾ ਰਹਿ ਗਿਆ ਨਾ। ਤੇ ਤੀਜੀ ਚੀਜ਼ ਜਿਹੜੀ ਹੋਰ ਉਹਨਾਂ ਨੇ ਕੀਤੀ ਹੈ ਵੀ ਅੱਗੇ ਸੀਗਾ ਜਿਹੜਾ ਡੈਫੀਨੇਸ਼ਨ ਸੀਗੀ ਪਰਚੇਜ਼ਰ ਦੀ। ਪਰਚੇਜ਼ਰ ਦੀ ਡੈਫੀਨੇਸ਼ਨ ਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਜਿਹੜਾ ਪਰਚੇਜ਼ਰ ਹੈ ਕੋਈ ਫਰਮ ਖਰੀਦਦਾਰ ਹੈ, ਉਹ ਫਰਮ ਹੋ ਸਕਦੀ ਹੈ, ਕੰਪਨੀ ਹੋ ਸਕਦੀ ਹੈ, ਸੁਸਾਇਟੀ ਹੋ ਸਕਦੀ ਹੈ, ਇੰਡੀਵਿਜੂਅਲ ਹੋ ਸਕਦਾ ਹੈ ਜੀ। ਨਾਲ ਪਲੱਸ ਸਰਕਾਰ ਦੀ ਏਜੰਸੀ, ਪਬਲਿਕ ਸੈਕਟਰ ਅੰਡਰਟੇਕਿੰਗ, ਫੂਡ ਕਾਰਪੋਰੇਸ਼ਨ ਆਫ ਇੰਡੀਆ, ਇਹ ਖਰੀਦਦਾਰ ਦੇ ਹੋਣ। ਜਿਹੜੀ ਹੁਣ ਕਾਨੂੰਨ ਬਣਾਇਆ ਉਹਦੀ ਪਰਿਭਾਸ਼ਾ ਦੇ ਵਿੱਚੋਂ ਇਹਨਾਂ ਨੇ ਖਰੀਦਦਾਰ ਦੀ ਪਰਿਭਾਸ਼ਾ 'ਚੋਂ ਸਰਕਾਰ ਕੱਢ ਦਿੱਤੀ ਹੈ, ਸਰਕਾਰ ਦੀਆਂ ਏਜੰਸੀਆਂ ਕੱਢ ਦਿੱਤੀਆਂ, ਫੂਡ ਕਾਰਪੋਰੇਸ਼ਨ ਇੰਡੀਆ ਕੱਢ ਦਿੱਤੀ ਹੈ, ਪਬਲਿਕ ਸੈਕਟਰ ਅੰਡਰਟੇਕਿੰਗ ਕੱਢ ਦਿੱਤੀ ਹੈ। ਦੇ ਆਰ ਨੋ ਮੋਰ ਪਰਚੇਜ਼ਰਸ। ਹੁਣ ਉਹ ਖਰੀਦਦਾਰ ਦੀ ਪਰਿਭਾਸ਼ਾ ਵਿੱਚ ਹੀ ਨਹੀਂ ਹੈਗੇ। ਇਸ ਕਰਕੇ ਕੋਈ ਲੋਕ ਤਾਂ ਇਹ ਕਹਿੰਦੇ ਨੇ ਕਿ ਸਰਕਾਰ ਨਿਕਲਣਾ ਚਾਹ ਰਹੀ ਹੈ ਖਰੀਦਦਾਰੀ 'ਚੋਂ। ਮੈਂ ਕਹਿੰਦਾ ਸਰਕਾਰ ਨਿਕਲ ਚੁੱਕੀ ਹੈ, ਕਿਉਂਕਿ ਕਾਨੂੰਨ ਦੇ ਵਿੱਚ ਜਿਹੜੀ ਪਰਿਭਾਸ਼ਾ ਹੀ ਬਦਲ ਦਿੱਤੀ ਹੈ, ਪਰ ਸਰਕਾਰ ਉਹਦੀ ਪਰਿਭਾਸ਼ਾ 'ਚ ਆਉਂਦੀ ਹੀ ਨਹੀਂ, ਖਰੀਦਦਾਰ ਦੀ ਪਰਿਭਾਸ਼ਾ 'ਚ ਹੀ ਨਹੀਂ ਹੈਗੀ, ਤਾਂ ਫਿਰ ਕਿਵੇਂ ਖਰੀਦ ਕਰੇਗੀ। ਆਹ ਜਿਹੜੀ ਹੁਣ ਪਰਚੇਜ਼ ਹੋਈ ਆ 2 ਫਸਲਾਂ ਦੀ, ਇਹ ਤਾਂ ਕਿਸਾਨ ਐਜੀਟੇਸ਼ਨ ਦੇ
ਪ੍ਰੈਸ਼ਰ ਕਰਕੇ ਹੋਈ ਹੈ, ਅਦਰਵਾਈਜ਼ ਇਹ ਨਿਕਲ ਚੁੱਕੇ ਨੇ। ਇੱਕ ਇਹਦੀ ਹੋਰ ਇੱਕ ਬੈਕਗਰਾਉਂਡ ਹੈ ਜੀ। ਇੱਕ ਬੈਕਗਰਾਉਂਡ ਇਹ ਹੈ ਕਿ ਇਹਦੇ ਜੀ WTO ਫੈਕਟਰ ਕੀ ਹੈ, WTO ਦਾ ਫੈਕਟਰ WTO ਕੀ ਚੀਜ਼ ਹੈ? ਹਾਂ, ਉਹ ਕੀ ਚੀਜ਼ ਹੈ? ਇਹ ਪਹਿਲਾਂ ਸਰਕਾਰ ਅਮਰੀਕਾ ਨੇ ਕੋਸ਼ਿਸ਼ ਕੀਤੀ ਸੀ ਇੱਕ ਇੰਟਰਨੈਸ਼ਨਲ ਟ੍ਰੇਡ ਆਰਗੇਨਾਈਜੇਸ਼ਨ ਬਣਾਉਣ ਦੀ। ਜੀ। ਜਿਵੇਂ ਪਹਿਲਾਂ ਉਹਨਾਂ ਨੇ ਪਹਿਲਾਂ IMF ਬਣਾਇਆ, ਫਿਰ ਨਾਲ ਦੀ ਨਾਲ ਉਸੇ ਦਿਨ ਹੀ ਵਰਲਡ ਬੈਂਕ ਬਣਾਇਆ ਜੀ। ਫਿਰ ਅਮਰੀਕਾ ਨੇ ਕੋਸ਼ਿਸ਼ ਕੀਤੀ ਵੀ ਇਸ ਤਰ੍ਹਾਂ ਜਿਹੜਾ ਵਪਾਰ ਹੈ ਉਹਨੂੰ ਕੰਟਰੋਲ ਕਰਨ ਵਾਸਤੇ ਇੱਕ ਟ੍ਰੇਡ ਆਰਗੇਨਾਈਜੇਸ਼ਨ ਬਣਾਈ ਜਾਵੇ, ਪਰ ਉਹ ਅਮਰੀਕਾ ਬਣਾ ਨਹੀਂ ਸਕਿਆ ਕਿਉਂਕਿ ਜਿਹੜਾ ਅਮਰੀਕਾ ਦਾ ਪ੍ਰਧਾਨ ਸੀ ਉਹਦੀ ਪਾਰਲੀਮੈਂਟ ਦੇ ਵਿੱਚ ਮੈਜੋਰਟੀ ਨਹੀਂ ਸੀ। ਚਲੋ, ਫਿਰ ਇਹ ਹੈ ਕੀ ਚੀਜ਼? ਹਾਂ, ਫਿਰ ਗੈਟ ਬਣਿਆ। ਗੈਟ ਹੈਗਾ ਸੀਗਾ ਐਗਰੀਮੈਂਟ, ਜਨਰਲ ਐਗਰੀਮੈਂਟ ਔਨ ਟ੍ਰੇਡ ਐਂਡ ਟੈਰਿਫ, ਗੈਟ ਬਣਿਆ ਜੀ। ਗੈਟ ਦੀਆਂ ਜਿਹੜੀਆਂ ਸ਼ਰਤਾਂ ਸੀਗੀਆਂ, ਗੈਟ ਦੀਆਂ ਸ਼ਰਤਾਂ ਦੇ ਵਿੱਚ ਇੱਕ ਐਗਰੀਮੈਂਟ ਸੀਗਾ, ਐਗਰੀਮੈਂਟ ਔਨ ਐਗਰੀਕਲਚਰ। ਉਸ ਐਗਰੀਮੈਂਟ ਔਨ ਐਗਰੀਕਲਚਰ 'ਚ ਇਹ ਲਿਖਿਆ ਹੋਇਆ ਸੀਗਾ ਕਿ ਜਿਹੜੀ ਤੁਹਾਡੀ ਫਸਲ ਹੈ ਜੀ ਕਿਸਾਨ ਦੀ, ਸਰਕਾਰ ਉਸ ਦਾ 10% ਤੋਂ ਵੱਧ ਖਰੀਦ ਨਹੀਂ ਕਰੇਗੀ। ਇਹ ਜਦੋਂ WTO ਬਣੀ 1995 ਦੇ ਵਿੱਚ ਜੀ, ਤਾਂ 95 ਦੇ ਵਿੱਚ ਵੀ ਇਹ ਜਿਹੜੀ ਕਲਾਸ ਸੀਗੀ ਇਹ ਉਹਦਾ ਪਾਰਟ ਬਣੀ। ਤੇ WTO ਤੇ ਦਸਤਖਤ ਕਰਨ ਵੇਲੇ ਜਿਹੜੇ ਆਪਣੇ ਬੰਦਿਆਂ ਨੇ ਦਸਤਖਤ ਕੀਤੇ, ਉਹਨਾਂ ਨੇ ਇਹ ਵੇਖਿਆ ਨਹੀਂ, ਸੋਚਿਆ ਨਹੀਂ ਵੀ ਇਹਦੇ 'ਚ ਕੀ ਲਿਖਿਆ, ਪੜ੍ਹਿਆ ਹੀ ਨਹੀਂ ਵੀ ਜਿਹੜਾ ਸ਼ਡਿਊਲ 3 ਹੈ ਉਹਦੇ 'ਚ ਕੀ ਲਿਖਿਆ ਹੋਇਆ। ਯਾਨੀ ਸਰਕਾਰ ਨੇ ਬਿਨਾਂ ਦੇਖੇ ਸਾਈਨ ਕਰ ਬਿਨਾਂ ਸਾਈਨ ਕਰਦੇ, ਕਈ ਦੇਸ਼ਾਂ ਨੇ ਕਰਦੇ। ਉਹਦੇ ਨਾਲ ਨੁਕਸਾਨ ਕੀ ਹੋਇਆ? ਉਹਦੇ ਨਾਲ ਨੁਕਸਾਨ ਇਹ ਹੋਇਆ ਕਿ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਸਰਕਾਰ ਜਿਹੜੀ ਹੈ ਉਹ ਲੋਕਾਂ ਦੀ ਜਿਹੜੀ ਪੈਦਾਵਾਰ ਹੈ ਉਹਦਾ 10% ਤੋਂ ਵੱਧ ਸਰਕਾਰ ਖਰੀਦ ਨਹੀਂ ਕਰੇਗੀ, ਤੇ 10% ਵਪਾਰੀ ਖਰੀਦਣਗੇ। ਉਹ ਵਪਾਰੀਆਂ ਤੇ ਛੱਡ ਦਿੱਤੀ ਗੱਲ ਜੀ। ਸੋ ਜੇ ਸਰਕਾਰ ਨੇ ਨਹੀਂ, ਸਰਕਾਰ ਤਾਂ ਨਿਕਲ ਗਈ ਵਿੱਚੋਂ, ਫਿਰ ਤਾਂ ਵਪਾਰੀ ਖਰੀਦੇਗਾ, ਆਪਣੀ ਮਰਜ਼ੀ ਨਾਲ ਖਰੀਦੇਗਾ। ਜਦੋਂ ਇਹਨਾਂ ਦੇਸ਼ਾਂ ਨੂੰ ਪਤਾ ਲੱਗਿਆ ਵੀ ਅਸੀਂ ਦਸਤਖਤ ਤਾਂ ਕਰ ਬੈਠੇ ਪਰ ਇਹ ਤਾਂ ਸਾਡੇ ਖਿਲਾਫ ਜਾਂਦੀ ਹੈ, ਫਿਰ 33 ਦੇਸ਼ ਇਕੱਠੇ ਹੋ ਗਏ ਜੀ। 33 ਦੇਸ਼ਾਂ ਦੇ ਵਿੱਚ ਇੰਡੀਆ ਵੀ ਸੀ, ਪਾਕਿਸਤਾਨ ਨਾ ਚਾਈਨਾ ਵੀ ਸੀਗਾ, ਤੇ ਉਹਨਾਂ 33 ਦੇਸ਼ਾਂ ਨੂੰ ਇੰਡੀਆ ਲੀਡ ਕਰ ਰਿਹਾ ਸੀਗਾ। ਇਹਨਾਂ ਨੇ ਕਿਹਾ ਵੀ ਅਸੀਂ ਦਸਤਖਤ ਤਾਂ ਕਰਤੇ ਪਰ ਅਸੀਂ ਇਹਦੇ ਪਾਬੰਦ ਨਹੀਂ ਹੈਗੇ, ਅਸੀਂ ਸਾਡਾ ਜਿੰਨਾ ਚਿਰ ਸਰਕਾਰ ਨਹੀਂ ਖਰੀਦਦੀ ਉਹਨਾਂ ਚਿਰ ਸਾਡਾ ਬਚਾਅ ਕੋਈ ਨਹੀਂ। ਪਰ ਹੁਣ ਜਦੋਂ ਮੋਦੀ ਗਏ, ਆਪਣੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਉੱਥੇ ਗਏ, ਅਮਰੀਕਾ 'ਚ ਗਏ 2014 'ਚ ਪਹਿਲੀ ਬਣਨ ਤੋਂ ਬਾਅਦ, ਚਲੋ ਜਦੋਂ ਵੀ ਗਏ, ਹਾਂ, ਤਾਂ ਉੱਥੇ ਉਹਨਾਂ ਨੇ ਕਿਹਾ ਵੀ ਤੁਸੀਂ ਆਹ ਜਿਹੜੀ ਕਲਾਸ ਜਿਹੜੀ ਹੈ WTO ਦੀ ਇਹਨੂੰ ਕਿਉਂ ਨਹੀਂ ਲਾਗੂ ਕਰਦੇ। ਉੱਥੇ ਮੰਨ ਕੇ ਆ ਗਏ ਵੀ ਅਸੀਂ ਇਹਨੂੰ 5 ਸਾਲ ਦਾ ਸਾਨੂੰ ਸਮਾਂ ਦੇ ਦਿਓ ਵੀ ਅਸੀਂ ਇਹਨੂੰ ਲਾਗੂ ਕਰ ਦਿਆਂਗੇ। ਇਹਨੂੰ ਜਿਹੜਾ ਇੱਕ WTO ਦਾ ਇੱਕ ਐਗਰੀਮੈਂਟ ਹੈਗਾ ਟ੍ਰੇਡ ਐਂਡ ਟੈਰਿਫ। ਚਲੋ, ਕਹਿਣ ਦਾ ਮਤਲਬ ਅਮਰੀਕਾ ਜਦੋਂ ਗਏ ਪ੍ਰਾਈਮ ਮਿਨਿਸਟਰ ਇੰਡੀਆ, ਉੱਥੇ ਜਾ ਕੇ ਉਹ ਮੰਨਿਆ, ਉਹਦਾ ਇਹ ਨਤੀਜਾ ਹੈ ਕਾਨੂੰਨ, ਉਹਦਾ ਇਹ ਨਤੀਜਾ ਹੈ। ਇਹਨਾਂ ਨੇ ਕਿਹਾ ਸੀ 5 ਸਾਲ ਦੇ ਦਿਓ, 5 ਸਾਲ ਪੂਰੇ ਹੋ ਗਏ 2019 'ਚ। 5 ਸਾਲ ਤੋਂ ਬਾਅਦ ਇਹਨਾਂ ਨੇ ਆ ਕਾਨੂੰਨ ਬਣਾਉਣੇ ਸ਼ੁਰੂ ਕਰ ਦਿੱਤੇ। ਸਭ ਤੋਂ ਪਹਿਲਾਂ ਕੰਮ ਇਹ ਕੀਤਾ ਵੀ ਇੱਕ ਕਮੇਟੀ ਬਣਾਈ ਜਿਹਦਾ ਪ੍ਰਧਾਨ ਸ਼ਾਂਤਾ ਕੁਮਾਰ ਸੀ ਜੀ। ਸ਼ਾਂਤਾ ਕੁਮਾਰ ਨੇ ਰਿਕਮੈਂਡ ਕਰ ਦਿੱਤਾ ਕਿ ਸਰਕਾਰ ਨੂੰ ਜਿਹੜੀ ਖਰੀਦਦਾਰੀ ਹੈ ਇਹਦੇ 'ਚੋਂ ਨਿਕਲ ਜਾਣਾ ਚਾਹੀਦਾ ਹੈ, ਫੂਡ ਕਾਰਪੋਰੇਸ਼ਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਔਰ ਖੁੱਲੀ ਮੰਡੀ ਤੇ ਛੱਡ ਦੇਣਾ ਚਾਹੀਦਾ ਕਿਸਾਨਾਂ ਨੂੰ। ਚਲੋ, ਇੱਕ ਗੱਲ ਹੋਰ ਹੋ ਰਹੀ ਹੈ, ਜਿਹੜੀ ਗੱਲ ਆ ਰਹੀ ਹੈ ਸਟੇਟ ਦੇ ਅਧਿਕਾਰਾਂ ਨੂੰ ਲਾਂਭੇ ਰੱਖੇ ਕੀਤੇ ਹੈ, ਕੋਈ ਮੱਦ 14 ਜਾਂ ਮੱਦ 33 ਹੈ, ਉਹ ਮੱਦ 33 ਤੇ 14 ਹੈ ਕੀ? ਹਾਂ, ਹੁਣ ਮੈਂ ਉਸ ਪਾਸੇ ਆਉਣਾ ਵੀ ਸਰਕਾਰ ਨੇ ਜਦੋਂ ਇਹ ਰਿਪੋਰਟ ਲੈ ਲਈ ਸ਼ਾਂਤਾ ਕੁਮਾਰ ਦੀ, ਤੇ ਉਸ ਤੋਂ ਬਾਅਦ ਫਿਰ ਇਹ ਕਾਨੂੰਨ ਬਣਾ ਦਿੱਤਾ ਵੀ ਸਰਕਾਰ ਉਹਦੀ ਖਰੀਦਦਾਰੀ 'ਚੋਂ ਨਿਕਲ ਗਈ ਹੈ, ਪਰਿਭਾਸ਼ਾ 'ਚੋਂ ਨਿਕਲ ਗਈ ਹੈ। ਹੁਣ ਆਪਣੇ ਕੋਲ ਮਸਲਾ ਰਹਿ ਗਿਆ ਇੱਕ ਜਿਹੜਾ ਵੀ ਇਹ ਕਾਨੂੰਨ ਬਣਾਉਣ ਦਾ ਅਧਿਕਾਰ ਕਿਹਦੇ ਕੋਲ ਹੈ ਜੀ। ਹੁਣ ਜਿਹੜੀਆਂ 3 ਲਿਸਟਾਂ ਬਣੀਆਂ ਹੋਈਆਂ ਨੇ, ਉਹਨਾਂ ਲਿਸਟਾਂ ਦੇ ਵਿੱਚ ਸੈਂਟਰ ਗਵਰਨਮੈਂਟ ਦਾ, ਸਟੇਟ ਗਵਰਨਮੈਂਟ ਦਾ ਤੇ ਦੋਵਾਂ ਨੂੰ ਸਾਂਝੇ ਤੌਰ ਤੇ ਕਿਹੜੇ ਕਾਨੂੰਨ ਕਿੰਨੇ ਬਣਾਉਣੇ ਨੇ ਉਹ ਸਾਰੇ ਦਰਜ ਕੀਤੇ ਹੋਏ ਨੇ। ਤੇ ਜਿਹੜੀ ਸਟੇਟ ਲਿਸਟ ਹੈ ਉਹਦੀ 14 ਨੰਬਰ ਜਿਹੜੀ ਐਂਟਰੀ ਹੈ ਉਹਦੇ ਵਿੱਚ ਲਿਖਿਆ ਹੋਇਆ ਵੀ ਜਿਹੜੀ ਐਗਰੀਕਲਚਰ ਹੈ ਉਹ ਸਟੇਟ ਦੇ ਅਧਿਕਾਰ 'ਚ ਆਉਂਦੀ ਹੈ ਜੀ। ਪਰ ਜਦੋਂ ਐਸੈਂਸ਼ੀਅਲ ਕਮੋਡਿਟੀ ਐਕਟ ਬਣਿਆ, ਜ਼ਰੂਰੀ ਵਸਤਾਂ ਦਾ ਕਾਨੂੰਨ ਬਣਿਆ ਜੀ, ਤਾਂ ਉਦੋਂ ਸਰਕਾਰ ਦੇ ਸਾਹਮਣੇ ਗੱਲ ਇਹ ਆਈ ਵੀ ਇਹ ਜਿਹੜਾ ਕਾਨੂੰਨ ਹੈ ਇਹਦਾ ਅਧਿਕਾਰ ਤਾਂ ਸਟੇਟ ਕੋਲ ਹੈ, ਅਸੀਂ ਤੇ ਬਣਾ ਨਹੀਂ ਸਕਦੇ ਕਾਨੂੰਨ ਇਹ। ਫਿਰ ਉਦੋਂ ਇਹ ਸੋਚ ਕੇ ਕਿ ਇਹਨੂੰ ਕਿਸ ਕਾਨੂੰਨ ਨੂੰ ਕਿਵੇਂ ਬਣਾਇਆ ਜਾਵੇ, ਕਿਉਂਕਿ ਇਹ ਕਾਨੂੰਨ ਜ਼ਰੂਰੀ ਸੀਗਾ, ਬਲੈਕ ਮਾਰਕੀਟ ਬਹੁਤ ਹੋ ਰਹੀ ਸੀਗੀ। ਤੁਸੀਂ ਸਨ 55 ਦੀ ਗੱਲ ਕਰ ਰਹੇ ਹੋ? ਮੈਂ ਸਨ 55 ਦੀ ਗੱਲ ਕਰ ਰਿਹਾ। ਨਹਿਰੂ ਦੀ ਕੈਬਨਿਟ ਦੇ ਵਿੱਚ ਅਹਿਮਦ ਕਿਦਵਾਈ ਸਾਹਿਬ ਨੇ ਬਣਾਇਆ ਸੀਗਾ, ਰਫੀ ਅਹਿਮਦ ਕਿਦਵਾਈ ਸੀ, ਉਹਨਾਂ ਨੇ ਕਾਨੂੰਨ ਬਣਾਇਆ। ਲੇਕਿਨ ਉਹਦੇ 'ਚ ਮੁਸ਼ਕਿਲ ਆ ਰਹੀ ਸੀਗੀ ਵੀ ਸੰਵਿਧਾਨ ਆਗਿਆ ਨਹੀਂ ਦੇ ਰਿਹਾ ਸੀਗਾ ਸੈਂਟਰ ਗਵਰਨਮੈਂਟ ਨੂੰ ਉਹਦੀ ਬਣਾਉਣ ਦੀ। ਲੇਕਿਨ ਸੰਵਿਧਾਨ ਦੇ ਵਿੱਚ ਇੱਕ ਪ੍ਰੋਵੀਜ਼ਨ ਇਹ ਸੀਗਾ ਕਿ ਪਹਿਲੇ 5 ਸਾਲ ਕਨਸਟੀਟਿਊਸ਼ਨ ਲਾਗੂ ਹੋਣ ਤੋਂ ਪਹਿਲੇ 5 ਸਾਲ ਦੇ ਵਿੱਚ ਜੇਕਰ ਸਟੇਟ ਨੂੰ ਅਧਿਕਾਰ ਹੈ ਕਾਨੂੰਨ ਬਣਾਉਣ ਦਾ ਤੇ ਸਟੇਟ ਕਾਨੂੰਨ ਨਹੀਂ ਬਣਾ ਰਹੀ ਤੇ ਸੈਂਟਰ ਗਵਰਨਮੈਂਟ ਇਹ ਮਹਿਸੂਸ ਕਰਦੀ ਹੈ ਕਿ ਇਹ ਕਾਨੂੰਨ ਬਣਾਇਆ ਜਾਵੇ,
ਤਾਂ ਸੈਂਟਰ ਗਵਰਨਮੈਂਟ ਉਹ ਕਾਨੂੰਨ ਬਣਾ ਸਕਦੀ ਹੈ। ਚਲੋ ਯਾਨੀ ਕਿ ਹੁਣ ਕੇਂਦਰ ਦੀ ਸਰਕਾਰ ਨੇ ਉਹ ਮੱਦ ਵਰਤੀ। ਉਹ ਮੱਦ ਵਰਤ ਕੇ ਨਹੀਂ, ਉਦੋਂ ਫਿਰ ਕੰਸਟੀਟਿਊਸ਼ਨ ਦੀ ਅਮੈਂਡਮੈਂਟ ਕੀਤੀ ਜੀ। ਅਮੈਂਡਮੈਂਟ ਕਰਕੇ ਇੱਕ ਐਂਟਰੀ 33 ਪਾਈ ਕੰਕਰੈਂਟ ਲਿਸਟ ਵਿੱਚ, ਜਿਹੜੀ ਸਾਂਝੀ ਲਿਸਟ ਹੈ। ਜੀ। ਤੇ ਕੰਕਰੈਂਟ ਲਿਸਟ ਵਿੱਚ ਇਹ ਪਾਇਆ ਕਿ ਜਿਹੜੇ ਫੂਡ ਸਟਫ ਨੇ, ਉਹਦੇ ਲਫ਼ਜ਼ ਯੂਜ਼ ਕੀਤਾ ਫੂਡ ਸਟਫ। ਜੀ। ਫੂਡ ਸਟਫ ਬਾਰੇ ਸੈਂਟਰ ਗਵਰਨਮੈਂਟ ਨੂੰ ਅਧਿਕਾਰ ਹੈ ਕਾਨੂੰਨ ਬਣਾਉਣ ਦਾ। ਹੁਣ ਸਵਾਲ ਇਸ ਗੱਲ ਦਾ ਵੀ ਫੂਡ ਸਟਫ ਕੀ ਚੀਜ਼ ਹੈ, ਫੂਡ ਸਟੈਪ ਦੀ ਪਰਿਭਾਸ਼ਾ ਕੀ ਹੈ? ਪਰਿਭਾਸ਼ਾ ਕੀ ਹੈ, ਫੂਡ ਸਟਫ ਦੀ ਪਰਿਭਾਸ਼ਾ ਕੀ ਹੈ? ਦੋ ਚੀਜ਼ਾਂ ਨੇ, ਇੱਕ ਫੂਡ ਗ੍ਰੇਨ ਹੈ, ਇੱਕ ਫੂਡ ਸਟਫ ਹੈ। ਜੀ। ਫੂਡ ਗ੍ਰੇਨ ਹੈ ਜਿਹਨੂੰ ਆਪਾਂ ਡਿਕਸ਼ਨਰੀ ਮੀਨਿੰਗ ਜਿਹੜਾ ਹੈ ਉਹ ਹੈਗਾ ਵੀ ਐਵਰੀ ਗ੍ਰੇਨ, ਫੂਡ ਗ੍ਰੇਨ ਇਜ਼ ਅ ਸੀਡ। ਜੋ ਵੀ ਫਸਲ ਹੈ, ਜੋ ਵੀ ਦਾਣਾ ਹੈ, ਅਨਾਜ, ਅਨਾਜ ਦਾ ਜੋ ਵੀ ਦਾਣਾ ਹੈ, ਉਹ ਇੱਕ ਬੀਜ ਹੈ। ਜੀ। ਉਹ ਫੂਡ ਸਟਫ ਨਹੀਂ ਹੈ। ਜੀ। ਉਹਨੂੰ ਫੂਡ ਸਟਫ ਕਨਵਰਟ ਕਰਨਾ ਪੈਂਦਾ ਹੈ। ਜੀ। ਉਹਨੂੰ ਤੁਸੀਂ ਕਣਕ ਨੂੰ ਆਟੇ 'ਚ ਬਦਲਿਆ, ਤੁਸੀਂ ਚਲੋ ਇਹ ਫੂਡ ਸਟਫ ਹੋ ਗਿਆ। ਹਾਂ, ਉਹ ਫੂਡ ਤੁਸੀਂ ਫੂਡ ਗ੍ਰੇਨ ਹੋ ਗਿਆ। ਫੂਡ ਸਟਫ ਕੀ ਹੋਇਆ? ਫੂਡ ਸਟਫ ਹੈਗਾ ਜਿਹੜੀ ਚੀਜ਼ ਖਾਣ ਵਾਲੀ ਚੀਜ਼ ਹੈ। ਅੱਛਾ। ਜਿਵੇਂ ਆਟੇ ਤੋਂ ਬਣੀ ਹੋਈ ਚੀਜ਼ ਮੈਗੀ ਹੈ, ਯਾਨੀ ਕਿ ਕੋਈ ਹੋਰ ਚੀਜ਼ ਹੈ। ਕਣਕ ਦੇ ਦਾਣੇ ਤੋਂ ਤੁਸੀਂ ਆਟਾ ਬਣਾ ਲਿਆ, ਉਹ ਫੂਡ ਸਟਫ। ਉਹ ਫੂਡ ਸਟਫ ਚ ਆਉਂਦਾ ਹੈ, ਜੀ। ਕਣਕ ਨਹੀਂ ਆਉਂਦੀ। ਜੀ। ਜੀ। ਕਣਕ ਨਹੀਂ ਆਉਂਦੀ। ਯਾਨੀ ਫੂਡ ਸਟਫ ਤੇ ਬਣਾ ਸਕਦੀ ਹੈ ਕੇਂਦਰ ਸਰਕਾਰ, ਗ੍ਰੇਨ ਤੇ ਨਹੀਂ ਬਣਾ ਗ੍ਰੇਨ ਤੇ ਨਹੀਂ ਬਣਾ ਸਕਦੀ। ਤੇ ਹੁਣ ਬਣਾਇਆ ਗ੍ਰੇਨ ਤੇ। ਹੁਣ ਬਣਾਇਆ ਗ੍ਰੇਨ ਤੇ ਹੈ। ਚਲੋ ਯਾਨੀ ਕਿ ਇੱਕ ਤੇ ਸਰਕਾਰ ਦੀ ਲੁਕਵੇਂ ਏਜੰਡੇ ਨੂੰ ਸ਼ੋਅ ਕਰਦੀ ਹੈ ਗੱਲ ਕਿ ਇਸ ਤਰ੍ਹਾਂ ਕੀਤੀ ਇਸ ਤਰ੍ਹਾਂ ਕੀਤਾ। ਹੁਣ ਦੂਸਰੀ ਗੱਲ ਇਹ ਦੱਸੋ ਕਿ ਜਿਹੜਾ ਐਮਐਸਪੀ ਦੀ ਗੱਲ ਚੱਲ ਰਹੀ ਹੈ, ਯਾਨੀ ਕਿ ਗੱਲ ਸਾਹਮਣੇ ਆ ਰਹੀ ਹੈ, ਕਿਸਾਨ ਜੋ ਗੱਲ ਕਰ ਰਹੇ ਨੇ ਕਿ ਇਸ ਕਾਨੂੰਨਾਂ ਦੇ ਵਿੱਚ ਐਮਐਸਪੀ ਦਾ ਪ੍ਰਾਵਧਾਨ ਹੀ ਨਹੀਂ ਹੈ। ਇਹ ਗੱਲ ਠੀਕ ਹੈ ਪਹਿਲਾਂ? ਇਹ ਬਿਲਕੁਲ ਠੀਕ ਹੈ। ਅੱਛਾ, ਐਮਐਸਪੀ ਇੱਕ ਤਾਂ ਤੁਸੀਂ ਇਹ ਦੱਸੋ ਵੀ ਇਹ ਕਿਉਂ ਨਹੀਂ ਰੱਖਿਆ ਗਿਆ, ਕਿੱਥੇ ਕਿਹੜੇ ਤਰੀਕੇ ਨੂੰ ਬਾਹਰ ਕੱਢਿਆ ਗਿਆ? ਦੂਸਰਾ ਇਹ ਦੱਸੋ ਐਮਐਸਪੀ ਦੀ ਲੋੜ ਕਿਉਂ ਹੈ, ਕਿਵੇਂ ਹੈ ਤੇ ਕਿੰਨੀਆਂ ਫਸਲਾਂ ਤੇ ਹੈ? ਇਹ ਬਹੁਤ ਵਧੀਆ ਸਵਾਲ ਹੈ ਤੁਹਾਡਾ। ਜੀ। ਐਮਐਸਪੀ ਦੀ ਲੋੜ ਕਿਉਂ ਪਈ? ਜੀ। 1964 ਚ ਹਾਲਤ ਇਹ ਹੋ ਗਈ ਸੀ ਜੀ ਕਿ 65 ਦੇ ਕਰੀਬ ਜਦੋਂ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਸੀ, ਜੀ, ਲੋਕਾਂ ਨੂੰ ਇਹ ਕਹਿਣਾ ਕਿ ਪਿਆ ਕਿ ਤੁਸੀਂ ਹਫ਼ਤੇ 'ਚ ਇੱਕ ਦਿਨ ਖਾਣਾ ਨਹੀਂ ਖਾਣਾ। ਹਾਂ, ਬਰੀਫ ਕਰਿਓ ਥੋੜਾ ਜਿਹਾ। ਹਾਂ, ਕਿਉਂਕਿ ਸਾਡੇ ਕੋਲ ਕਣਕ ਹੈ ਨਹੀਂ ਖਾਣ ਵਾਸਤੇ। ਜੀ। ਤਾਂ ਕਣਕ ਲੈਣ ਵਾਸਤੇ ਲੋਕਾਂ ਕੋਲ ਦੂਜੇ ਦੇਸ਼ਾਂ ਕੋਲ ਜਾਣਾ ਪੈਂਦਾ ਸੀ, ਹੱਥ ਫੈਲਾਉਣੇ ਪੈਂਦੇ ਸੀ। ਅਮਰੀਕਾ ਨੇ ਕਿਹਾ ਕਿ ਅਸੀਂ ਤੁਹਾਨੂੰ ਕਣਕ ਦੇ ਦਿੰਦੇ ਹਾਂ ਜਿੰਨੀ ਤੁਸੀਂ ਕਹਿੰਦੇ ਹੋ, ਤੇ ਦੇਵਾਂਗੇ ਪੀਐਲ। ਚਲੋ ਗੱਲ ਇਹ ਹੋਈ ਕਿ ਆਪਾਂ ਨੂੰ ਵਿਦੇਸ਼ਾਂ ਤੋਂ ਅਨਾਜ ਲੈਣਾ ਪੈਂਦਾ ਸੀ। ਅਨਾਜ ਲੈਣਾ ਪੈਂਦਾ ਸੀ। ਫਿਰ ਫਿਰ ਸਰਕਾਰ ਨੇ ਇਹ ਸੋਚਿਆ ਕਿ ਕਿਸਾਨਾਂ ਨੂੰ ਥੋੜੀ ਜਿਹੀ ਹੱਲਾਸ਼ਾਰੀ ਦਿਓ ਤਾਂ ਕਿ ਜਿਹੜਾ ਇੱਥੇ ਘਾਟ ਪੂਰੀ ਕੀਤੀ ਜਾ ਸਕੇ। ਜੀ। ਤਾਂ 1964 ਦੇ ਵਿੱਚ ਕਮਿਸ਼ਨ ਬਣਿਆ ਇੱਕ, ਉਹ ਸੀਗਾ ਐਗਰੀਕਲਚਰ ਪ੍ਰਾਈਸ ਕਮਿਸ਼ਨ। ਜੀ। ਵੀ ਕਿਸਾਨ ਨੂੰ ਇਹ ਦੱਸੋ ਵੀ ਤੇਰੀ ਫਸਲ ਜਿਹੜੀ ਹੈ ਨਾ ਇਸ ਰੇਟ ਤੇ ਵਿਕ ਜਾਏਗੀ, ਪ੍ਰਾਈਸ ਉਹਦੀ ਫਿਕਸ ਕਰੇ ਉਹ ਕਮਿਸ਼ਨ। ਲੇਕਿਨ ਉਸ ਕਮਿਸ਼ਨ ਦੀ ਜਿਹੜੀ ਸੀ ਇੱਕ ਘਾਟ ਸੀਗੀ, ਉਹਦੀਆਂ ਜਿਹੜੀਆਂ ਸ਼ਰਤਾਂ ਸੀਗੀਆਂ ਉਹਦੇ ਵਿੱਚ। ਜੀ। ਘਾਟ ਇਹ ਸੀਗੇ ਕਿ ਕਮਿਸ਼ਨ ਨੇ ਤਾਂ ਕਹਿਤਾ ਤੁਸੀਂ ਪ੍ਰਾਈਸ ਫਿਕਸ ਕਰੋ, ਪਰ ਇਹ ਨਹੀਂ ਕਿਹਾ ਸੀਗਾ ਕਿ ਜਿਹੜੀ ਪ੍ਰਾਈਸ ਫਿਕਸ ਕਰਨ ਵੇਲੇ ਉਹਦੀ ਕਾਸਟ ਵੀ ਵੇਖਣੀ ਹੈ ਤੁਸੀਂ, ਵੀ ਕਿਸਾਨ ਦੀ ਕਾਸਟ ਕੀ ਹੋਈ ਹੈ, ਘੱਟੋ ਘੱਟ ਸਮਰਥਨ ਮੁੱਲ। ਹਾਂ, ਨਹੀਂ ਕਾਸਟ ਕੀ ਹੈ, ਅੱਛਾ, ਮਿਨੀਮਮ ਯਾਨੀ ਕਿ ਲਾਗਤ ਕੀ ਹੋਈ, ਲਾਗਤ ਕੀ ਹੋਈ। ਅੱਛਾ ਜੀ। ਤਾਂ 1985 ਦੇ ਵਿੱਚ ਇੱਕ ਕਮਿਸ਼ਨ ਹੋਰ ਬਣਿਆ, ਉਹ ਸੀਗਾ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ ਕਮਿਸ਼ਨ। ਜੀ। ਵੀ ਜਿਹੜਾ ਉਹ ਕਮਿਸ਼ਨ ਹੈ ਉਹ ਪਹਿਲਾਂ ਇਹ ਦੇਖੇਗਾ ਵੀ ਕਿਸਾਨ ਦੀ ਲਾਗਤ ਕੀ ਹੋਈ ਹੈ, ਤੇ ਉਸ ਲਾਗਤ ਨੂੰ ਵੇਖ ਕੇ ਫਿਰ ਜਿਹੜਾ ਇੱਕ ਮੁੱਲ ਕੀਤਾ ਜਾਏਗਾ, ਫਿਕਸ ਕੀਤਾ ਜਾਏਗਾ। ਜੀ। ਸਪੋਰਟ ਪ੍ਰਾਈਸ, ਵੀ ਕਿਸਾਨ ਨੂੰ ਸਪੋਰਟ ਕੀਤਾ ਜਾਵੇ ਵੀ ਤੈਨੂੰ ਘੱਟ ਤੋਂ ਘੱਟ ਆਹ ਪ੍ਰਾਈਸ ਮਿਲ ਜਾਏਗੀ। ਘੱਟੋ ਘੱਟ ਇਹਨਾਂ ਤੇਰੀ ਅਨਾਜ ਦਾ ਇੰਨੀ ਕੀਮਤ ਦੇਣੀ ਹੈ। ਦੇਣੀ ਹੈ। ਜੀ। ਲੇਕਿਨ ਜਿਹੜਾ ਉਹਦਾ ਫਾਰਮੂਲਾ ਬਣਾਇਆ ਪ੍ਰਾਈਸ ਫਿਕਸ ਕਰਨ ਦਾ, ਮਿਨੀਮਮ ਸਪੋਰਟ ਪ੍ਰਾਈਸ ਦਾ ਫਾਰਮੂਲਾ ਬਣਾਇਆ, ਉਹ ਨੁਕਸਦਾਰ ਸੀਗਾ। ਉਹਦੀ ਵਜ੍ਹਾ ਕਰਕੇ ਜਿਹੜੀ ਪ੍ਰਾਈਸ ਫਿਕਸ ਹੁੰਦੀ ਸੀਗੀ ਉਹ ਲਾਗਤ ਤੋਂ ਘੱਟ ਸੀਗੀ। ਅਸੀਂ ਪੰਜਾਬ ਹਾਈ ਕੋਰਟ ਵਿੱਚ ਕੇਸ ਕੀਤਾ ਹੋਇਆ, ਉਹਦੇ ਵਿੱਚ ਅਸੀਂ ਡਾਕੂਮੈਂਟ ਲਾ ਕੇ ਸਾਬਤ ਕੀਤਾ ਹੈ ਵੀ ਜਿਹੜੀ ਲਾਗਤ ਕੀਮਤ ਹੈ ਉਹ ਜ਼ਿਆਦਾ ਹੈ, ਮਿਨੀਮਮ ਸਪੋਰਟ ਪ੍ਰਾਈਸ ਉਸ ਤੋਂ 300 ਰੁਪਈਆ ਕੁਇੰਟਲ ਮਗਰ ਘੱਟ ਹੈ, 300-400 ਰੁਪਈਆ ਕੁਇੰਟਲ ਮਗਰ ਮਿਨੀਮਮ ਸਪੋਰਟ ਪ੍ਰਾਈਸ ਘੱਟ ਹੈ, ਲਾਗਤ ਜ਼ਿਆਦਾ ਹੈ। ਯਾਨੀ ਲਾਗਤ ਤੋਂ 300 ਔਸਤਨ 300 ਰੁਪਈਆ ਘੱਟ ਰਹਿੰਦਾ ਹੈ। ਹਾਂ, ਜਿਹੜੀ ਮਿਨੀਮਮ ਸਪੋਰਟ ਪ੍ਰਾਈਸ, ਜਿਹੜਾ ਆਪਾਂ ਘੱਟੋ ਘੱਟ ਸਮਰਥਨ ਮੁੱਲ ਦਿੰਦੇ ਹੈਗੇ, ਹਾਂ, ਉਹ ਘੱਟ ਹੈ। ਅੱਛਾ, ਇਹਦੇ 'ਚ ਇੱਕ ਮੰਨਿਆ ਜਾ ਰਿਹਾ ਕਿ ਸਰਕਾਰਾਂ ਸਿਆਸੀ ਤਰ੍ਹਾਂ ਇਹ ਕਹਿੰਦੀਆਂ ਨੇ ਕਿ ਐਮਐਸਪੀ ਯਾਨੀ ਕਿ ਗਰੰਟਡ ਨਹੀਂ ਕੀਤਾ ਜਾ ਸਕਦਾ। ਇਹ ਕੋਈ ਇਹਦੇ ਵਿੱਚ ਕੀ ਨੁਕਤਾ ਹੈ? 23 ਫਸਲਾਂ ਵਾਸਤੇ ਐਮਐਸਪੀ ਕੀਤਾ, ਪਰ ਦਿੱਤਾ ਦੋ ਤਿੰਨ ਤੇ ਜਾਂਦਾ ਜੀ। ਫਿਕਸ ਹੋਈ ਹੈ ਜੀ। ਸਿਰਫ ਸਰਕਾਰ ਇਹ ਗੱਲ ਕਹਿੰਦੀ ਹੈ ਵੀ ਐਮਐਸਪੀ ਸੀ ਹੈ ਔਰ ਰਹੇਗੀ। ਜੀ। ਸੀ ਕੀ ਕਿ ਅਸੀਂ ਐਲਾਨ ਕਰ ਦਿੱਤਾ ਵੀ ਐਮਐਸਪੀ ਆ, ਇੰਨੀ ਐਮਐਸਪੀ ਹੈ। ਜੀ। ਐਲਾਨ ਕਰ ਦਿੱਤਾ, ਅੱਜ ਵੀ ਕਰ ਦਿੱਤਾ, ਕੱਲ ਨੂੰ ਵੀ ਕੀਤਾ, ਕੱਲ ਨੂੰ ਵੀ ਕਰਾਂਗੇ। ਜੀ।
ਫਿਰ ਕਰਾਂਗੇ। ਪਰ ਤੁਸੀਂ ਖਰੀਦ ਨਹੀਂ ਕਰ ਰਹੇ। ਖਰੀਦ ਤੁਸੀਂ ਕੁਝ ਸੂਬਿਆਂ ਦੇ ਵਿੱਚ, 2-3 ਸੂਬਿਆਂ ਦੇ ਵਿੱਚ ਸਿਰਫ ਕਣਕ ਅਤੇ ਜੀਰੀ ਖਰੀਦ ਰਹੇ ਹੋ ਤੁਸੀਂ ਜੀ, ਦੂਜੀਆਂ ਚੀਜ਼ਾਂ ਨਹੀਂ ਖਰੀਦ ਰਹੇ। ਜੀ, ਹੁਣ ਸਾਰੀ ਦੁਨੀਆ ਸਾਰੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਸਾਡੀ ਲਾਗਤ ਕੀਮਤ ਜਿਹੜੀ ਹੈ ਉਹ ਜ਼ਿਆਦਾ ਹੈ, ਸਾਨੂੰ ਵਪਾਰੀ ਘੱਟ ਦੇ ਰਿਹਾ ਹੈ, ਇਹਨੂੰ ਗਰੰਟੀ ਕਰੋ ਕਿ ਸਾਡੀ ਘੱਟ ਤੋਂ ਘੱਟ ਲਾਗਤ ਕੀਮਤ ਤਾਂ ਮੁੜੇ ਸਾਡੇ ਕੋਲ। ਕੀ ਇਹਦਾ ਕਾਨੂੰਨ ਬਣ ਸਕਦਾ? ਇਹਦਾ ਕਾਨੂੰਨ ਬਣ ਸਕਦਾ। ਇਹਦਾ ਕਾਨੂੰਨ ਉਹ ਕਾਨੂੰਨ ਬਣ ਤੇ ਇੰਪਲੀਮੈਂਟ ਹੋਣ 'ਚ ਕੋਈ ਦਿੱਕਤਾਂ ਤਾਂ ਕੋਈ ਦਿੱਕਤ ਨਹੀਂ। ਬੜਾ ਸਿੰਪਲ ਫਾਰਮੂਲਾ ਹੈ ਜੀ। ਮੈਂ ਕਈ ਵਾਰ ਸੁਜੈਸਟ ਕੀਤਾ। ਫਾਰਮੂਲਾ ਇਹ ਹੈ ਜੀ ਕਿ ਮੱਧ ਪ੍ਰਦੇਸ਼ ਸਰਕਾਰ ਨੇ ਵੀ ਇੱਕ ਵਾਰ ਇਹ ਫੈਸਲਾ ਕੀਤਾ ਸੀਗਾ ਵੀ ਅਸੀਂ ਇਹਨੂੰ ਕਿਸ ਤਰ੍ਹਾਂ ਕੀਤਾ ਜਾਵੇ। ਜੀ, ਉਹਨਾਂ ਨੇ ਆਪਣੇ APM ਐਕਟ ਦੇ ਵਿੱਚ ਇੱਕ ਅਮੈਂਡਮੈਂਟ ਕਰ ਲਈ ਸੀ। ਅਮੈਂਡਮੈਂਟ ਇਹ ਕੀਤੀ ਕਿ ਜਿਹੜੀ ਫਸਲ ਮੰਡੀ 'ਚ ਆਏਗੀ ਜੀ, ਉਹ ਬੋਲੀ ਰਾਹੀਂ ਵੇਚੀ ਜਾਏਗੀ। ਲੇਕਿਨ ਜਿਹੜੀ ਬੋਲੀ ਲੱਗਦੀ ਹੈ ਕਿ ਨਹੀਂ? ਹਾਂ, ਬੋਲੀ ਰਾਹੀਂ ਵੇਚੀ ਜਾਏਗੀ। ਲੇਕਿਨ ਜਿਹੜੀ ਗੱਲ ਅਗਲੀ ਗੱਲ ਹੈ ਜੀ, ਲੇਕਿਨ ਜਿਹੜੀ ਬੋਲੀ ਹੈ ਉਹ ਮਿਨੀਮਮ ਸਪੋਰਟ ਪ੍ਰਾਈਸ ਤੋਂ ਸ਼ੁਰੂ ਹੋਏਗੀ। ਜੀ ਹਾਂ, ਉੱਥੋਂ ਸ਼ੁਰੂ ਕਰੋ। ਉੱਥੋਂ ਸ਼ੁਰੂ ਕਰੋ ਜੀ। ਹੁਣ ਜੇਕਰ ਇਹ ਗੱਲ ਹੋ ਜਾਂਦੀ ਹੈ ਤਾਂ ਤੁਸੀਂ ਇਹ ਕਾਨੂੰਨ ਬਣਾ ਸਕਦੇ ਹੋ ਕਿ ਜਿਹੜੀ ਬੋਲੀ ਹੈ ਕਿਸੇ ਵੀ ਫਸਲ ਦੀ ਜਿਹੜੀ ਬੋਲੀ ਹੈ ਖਰੀਦ ਹੈ ਉਹ ਮਿਨੀਮਮ ਸਪੋਰਟ ਤੋਂ ਘੱਟ ਨਹੀਂ ਹੋਏਗੀ, ਤੇ ਜੇਕਰ ਕੋਈ ਖਰੀਦ ਕਰੇਗਾ ਤਾਂ ਉਹਨੂੰ ਸਜ਼ਾ ਹੋਏਗੀ। ਇਹਦੇ ਸਰਕਾਰ ਦਾ ਕੁਝ ਨਹੀਂ ਲੱਗਦਾ, ਸਰਕਾਰ ਦਾ ਕੋਈ ਪੈਸਾ ਨਹੀਂ ਲੱਗਦਾ, ਧੇਲਾ ਨਹੀਂ ਲੱਗਦਾ, ਸਰਕਾਰ ਦਾ ਕੋਈ ਨੁਕਸਾਨ ਨਹੀਂ। ਇਹ ਗੱਲ ਨਿਕਲ ਕੇ ਆ ਰਹੀ ਸੀ ਕਿ ਉਹ ਬਜਟ ਤੋਂ ਜ਼ਿਆਦਾ ਹੋ ਜਾਂਦੀ ਕੀਮਤ। ਇਹ ਤਾਂ ਸਰਕਾਰ ਵਾਸਤੇ ਹੈ ਨਾ, ਜੇ ਸਰਕਾਰ ਖਰੀਦੇ ਤਾਂ। ਅੱਛਾ, ਆਪਾਂ ਜਿਹੜੀ ਖੁੱਲੀ ਸਰਕਾਰ ਤੋਂ ਬਗੈਰ ਦੀ ਗੱਲ ਹੈ। ਇਹ ਤਾਂ ਸਰਕਾਰ ਤੋਂ ਬਗੈਰ ਦੀ ਗੱਲ ਹੈ ਨਾ। ਪਰ ਜੇਕਰ ਵਪਾਰੀ ਵੀ ਖਰੀਦਦਾ ਹੈ ਤਾਂ ਉਹ ਮਿਨੀਮਮ ਸਪੋਰਟ ਤੋਂ ਘੱਟ ਨਾ ਖਰੀਦੇ। ਯਾਨੀ ਬੋਲੀ ਉੱਥੋਂ ਸ਼ੁਰੂ ਹੋਵੇ। ਬੋਲੀ ਉੱਥੋਂ ਸ਼ੁਰੂ ਹੋਵੇ। ਇਹਦੀ ਸਰਕਾਰ ਦਾ ਕੋਈ ਬਜਟ ਨਹੀਂ ਲੱਗਦਾ, ਕੋਈ ਪੈਸਾ ਨਹੀਂ ਲੱਗਦਾ, ਕੁਛ ਨਹੀਂ ਲੱਗਦਾ। ਪਰ ਸਰਕਾਰ ਇਹ ਵੀ ਤਾਂ ਕਰਨ ਨੂੰ ਤਿਆਰ ਨਹੀਂ ਨਾ। ਸਰਕਾਰ ਤਾਂ ਵਪਾਰੀ ਦਾ ਫਾਇਦਾ ਕਰਨਾ ਚਾਹੁੰਦੀ। ਵਪਾਰੀ ਨੂੰ ਕਹਿੰਦੀ ਹੈ ਵੀ ਤੇਰੀ ਮਰਜ਼ੀ ਹੈ, ਤੂੰ 2000 ਨੂੰ ਖਰੀਦ, ਤੂੰ 500 ਨੂੰ ਖਰੀਦ। ਹੁਣ ਬਿਹਾਰ ਦੇ ਵਿੱਚ 1200-1300 ਨੂੰ ਜੀਰੀ ਵਿਕੀ ਹੈ, ਇੱਥੇ 1800 ਨੂੰ ਵਿਕੀ ਹੈ ਮਿਨੀਮਮ ਸਪੋਰਟ ਪ੍ਰਾਈਸ 'ਤੇ। ਹੁਣ ਉਹ ਬਿਹਾਰ ਵਾਲੇ ਕਹਿੰਦੇ ਨੇ ਸਾਨੂੰ ਤਾਂ ਹੁਣ ਪਤਾ ਲੱਗਿਆ ਵੀ ਮਿਨੀਮਮ ਸਪੋਰਟ ਪ੍ਰਾਈਸ ਦਾ ਮਤਲਬ ਕੀ ਹੈ ਔਰ ਇਹਦੀ ਵੈਲਿਊ ਕੀ ਹੈ, ਕੀ ਹੋਣਾ ਕੀ ਚਾਹੀਦਾ। ਚਲੋ ਹੁਣ ਤੁਸੀਂ ਇਹ ਦੱਸੋ, ਤੁਹਾਡੀ ਪਰਿਭਾਸ਼ਾ ਜਿੰਨੀ ਆਪਣੀ ਹੁਣ ਤੱਕ ਗੱਲਬਾਤ ਹੋਈ ਉਹ 'ਚ ਇਹ ਹੈ ਵੀ ਕਾਨੂੰਨਾਂ 'ਚ ਬਹੁਤ ਖਾਮੀਆਂ ਨੇ ਜਿਹੜੀਆਂ ਕਿਸਾਨ ਵਿਰੋਧੀ ਨੇ ਤੇ ਖੇਤੀ ਦੇ ਵਿਰੋਧੀ ਨੇ। ਖੇਤੀ ਦੇ ਵਿਰੋਧੀ ਨੇ। ਠੀਕ ਹੈ, ਹੁਣ ਕਿਸਾਨ ਮੰਗ ਕਰ ਰਹੇ ਨੇ ਕਾਨੂੰਨ ਸਿਰਫ ਰੱਦ ਹੀ ਹੋਣ, ਸੋਧਾਂ ਨਾ ਹੋਣ। ਕੀ ਰੱਦ ਹੋਣ ਤੋਂ ਬਾਅਦ ਕੋਈ ਅੱਗੇ ਕੀ ਹੈ? ਉਸ ਤੋਂ ਅੱਗੇ ਹੈਗੇ ਮਿਨੀਮਮ ਸਪੋਰਟ ਪ੍ਰਾਈਸ। ਜੇਕਰ ਕਿਸਾਨ ਕੁਝ ਮੰਗ ਤਾਂ ਰਹੇ ਨਹੀਂ ਜੀ, ਉਸ ਤੋਂ ਬਾਅਦ ਕੱਲਾ MSP ਮੰਗ ਰਹੇ ਆ। MSP ਜਿਹੜੀ ਹੈ ਨਾ, MSP ਜ਼ਰੂਰੀ ਹੈ ਇਸ ਵੇਲੇ, ਕਿਉਂਕਿ ਜੇਕਰ ਇਕੱਲੇ ਕਾਨੂੰਨ ਵਾਪਸ ਹੋ ਜਾਂਦੇ ਨੇ ਤਾਂ ਕਿਸਾਨ ਦਾ ਫਾਇਦਾ ਨਹੀਂ ਹੁੰਦਾ ਬਹੁਤਾ। ਕਾਨੂੰਨ ਵਾਪਸ ਹੋਣ ਦੇ ਨਾਲ MSP ਦੀ ਗਰੰਟੀ ਹੋਵੇ ਤਾਂ ਕਿਸਾਨ ਤਾਂ ਬਚਦਾ। ਨਹੀਂ, ਕਾਨੂੰਨ ਰੱਦ ਹੋਣੇ ਚਾਹੀਦੇ ਆ। ਕਾਨੂੰਨ ਰੱਦ ਹੋਣੇ ਚਾਹੀਦੇ ਨੇ ਤੇ MSP ਲਾਗੂ ਹੋਣੀ ਚਾਹੀਦੀ ਹੈ। MSP ਫੰਡਾਮੈਂਟਲ ਰਾਈਟ ਬਣਨਾ ਚਾਹੀਦਾ ਕਿਸਾਨ ਦਾ, ਵੀ ਉਹਦੀ ਫਸਲ ਦਾ ਜਿਹੜਾ ਮੁੱਲ ਹੈ ਉਹਦੀ ਲਾਗਤ ਤੋਂ ਘੱਟ ਨਹੀਂ ਹੋਣਾ ਚਾਹੀਦਾ। ਤੇ ਜਿਹੜੀ ਸਰਕਾਰ ਕਹਿ ਰਹੀ ਹੈ ਚ ਸੋਧ ਕਰ ਦਿੰਦੇ ਆ, ਉਹ ਇੱਕ ਗਲਤ ਗੱਲ ਹੈ। ਉਹਦਾ ਰਿਸਕ ਇਹ ਹੈ ਵੀ ਸਰਕਾਰ ਨੂੰ ਜੇਕਰ ਆਪਾਂ ਸੋਧ ਵਾਸਤੇ ਮੰਨ ਲੈਂਦੇ ਹਾਂ ਜੀ, ਤਾਂ ਇਹਦਾ ਮਤਲਬ ਇਹ ਹੈ ਵੀ ਆਪਾਂ ਸਰਕਾਰ ਦਾ ਅਧਿਕਾਰ ਮੰਨ ਰਹੇ ਹਾਂ ਕਿ ਤੁਸੀਂ ਕਾਨੂੰਨ ਤਾਂ ਬਣਾ ਸਕਦੇ ਹੋ, ਪਰ ਤੁਸੀਂ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਬਣਾਓ ਵੀ ਤੁਹਾਡਾ ਅਧਿਕਾਰ ਤਾਂ ਹੈਗਾ। ਪਰ ਕਿਸਾਨ ਤਾਂ ਇਹ ਕਹਿ ਰਹੇ ਨੇ ਤੁਹਾਡਾ ਅਧਿਕਾਰ ਹੀ ਹੈ ਨਹੀਂਗਾ। ਯਾਨੀ ਕਿ ਕਾਨੂੰਨ ਰੱਦ ਕਰਾਉਣ ਪਿੱਛੇ ਇੱਕ ਮਨਸ਼ਾ, ਯਾਨੀ ਕਿ ਆਪਾਂ ਸਿੱਧ ਕਰਨਾ ਚਾਹੁੰਦੇ ਆ ਜਾਂ ਆਪਣੇ ਅੰਦੋਲਨ ਕਿਸਾਨ ਸਿੱਧ ਕਰਨਾ ਚਾਹੁੰਦੇ ਆ ਵੀ ਜਿਹੜਾ ਤੁਸੀਂ ਕਾਨੂੰਨ ਬਣਾਇਆ ਇਹ ਤੁਹਾਡੇ ਅਧਿਕਾਰ ਹੇਠ ਹੈ ਨਹੀਂ ਹੈ। ਇਸ ਕਰਕੇ ਇਹ ਮਨਸ਼ਾ ਹੈ ਜਿਹੜਾ MSP ਆਪਾਂ ਗਰੰਟਡ ਕਰਨਾ, ਉਹ ਇਹ ਹੈ ਕਿ ਸਾਡੇ ਪਾਸੇ ਘੱਟੋ ਘੱਟ ਸਮਰਥਨ ਮੁੱਲ ਹੋਵੇ। ਤੇ ਜੇ ਉਹ ਇੱਕ ਗੱਲ ਕਰ ਰਹੇ ਨੇ ਕਿ ਵੀ ਸਰਕਾਰ ਕਰੀ ਇੰਨਾ ਬਜਟ ਨਹੀਂ ਹੈ, ਉਹ ਕਹਿੰਦੇ ਵੀ ਸਰਕਾਰ ਨੂੰ ਖਰੀਦਣ ਦੀ ਗੱਲ ਨਹੀਂ ਹੈ ਨਾ, ਵੀ ਖੁੱਲੇ ਤੌਰ ਤੇ ਬੋਲੀ ਉੱਥੋਂ ਬਾਅਦ ਸ਼ੁਰੂ ਹੋਵੇ। ਬੋਲੀ ਉੱਥੋਂ ਸ਼ੁਰੂ ਹੋਵੇ। ਤੇ ਜੇ ਤੁਹਾਡਾ ਸਾਰਾ ਕੋਈ ਤੁਹਾਡੇ ਪੱਲਿਓਂ ਲੱਗਦਾ ਹੀ ਕੁਝ ਨਹੀਂ ਸਰਕਾਰ ਦੇ ਪੱਲਿਓਂ ਜੀ, ਫਿਰ ਵੀ ਸਰਕਾਰ ਨਹੀਂ ਕਰ ਰਹੀ ਕਿਉਂਕਿ ਸਰਕਾਰ ਵਪਾਰੀ ਦਾ ਫਾਇਦਾ ਕਰਨਾ ਚਾਹੁੰਦੀ ਹੈ। ਇਹ ਸਨ ਸਰ ਜੋਗਿੰਦਰ ਸਿੰਘ ਤੂਰ ਜੀ, ਜੋ ਕਿ ਕਾਨੂੰਨ ਗਿਆਤਾ ਨੇ, ਜਿਨ੍ਹਾਂ ਇਹਨਾਂ ਤਿੰਨਾਂ ਕਾਨੂੰਨ ਨੂੰ ਪੜ੍ਹ ਕੇ ਜਿਹੜੀਆਂ ਉਹਦੀਆਂ ਖਾਮੀਆਂ ਨੇ ਉਹ ਉਜਾਗਰ ਕੀਤੀਆਂ ਨੇ, ਉਹਦੇ ਪ੍ਰਤੀ ਇੱਕ ਦਸਤਾਵੇਜ਼ ਬਣਾਇਆ ਜੋ ਪ੍ਰਤੀ ਜਨ ਤੱਕ ਪੁੱਜਦਾ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਕਾਨੂੰਨ ਰੱਦ ਕਰਨ ਦਾ ਮਤਲਬ ਇਹ ਹੈ ਕਿ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਇਹ ਦੱਸਿਆ ਜਾਵੇ ਕਿ ਇਹ ਅਧਿਕਾਰ ਤੁਹਾਡੇ ਅਧਿਕਾਰ ਖੇਤਰ 'ਚ ਹੈ ਨਹੀਂਗਾ, ਇਹ ਸਟੇਟ ਦਾ ਅਧਿਕਾਰ ਹੈ। ਦੂਸਰੀ ਗੱਲ MSP ਦੀ ਉਹਨਾਂ ਨੇ ਗੱਲ ਕੀਤੀ ਹੈ ਕਿ MSP ਦਾ ਮਤਲਬ ਇਹ ਨਹੀਂ ਜੋ ਸਰਕਾਰਾਂ ਕਹਿ ਰਹੀਆਂ ਨੇ ਕਿ ਸਰਕਾਰ ਖਰੀਦ ਕਰੇਗੀ ਤਾਂ ਇਹ ਬਜਟ ਤੋਂ ਜ਼ਿਆਦਾ ਕੀਮਤ ਬਣ ਜਾਣੀ ਹੈ। ਉਹਨਾਂ ਕਿਹਾ ਵੀ ਇੰਨਾ ਕਾਨੂੰਨ ਹੋਣਾ ਚਾਹੀਦਾ ਹੈ ਕਿ ਕੋਈ ਵੀ ਖਰੀਦੇ ਤਾਂ ਉਹਦੀ ਜਿਹੜੀ ਬੋਲੀ ਹੈ ਉਹ ਜਿਹੜੇ ਘੱਟੋ ਘੱਟ ਸਮਰਥਨ ਮੁੱਲ ਗੌਰਮੈਂਟ ਜਾਰੀ ਕਰੇ ਉਦੋਂ ਬਾਅਦ ਦੀ ਹੋਵੇ। ਜ਼ਰੂਰੀ ਨਹੀਂ ਹੈ ਕਿ ਸਰਕਾਰ ਸਾਰਾ ਹੀ ਖਰੀਦੇ, ਜੇ ਕੋਈ ਵੀ ਖਰੀਦੇ ਤਾਂ ਉਹਦੇ ਵਿੱਚ ਇਹ ਹੈ ਕਿ ਉਹ ਇੱਕ ਜਾਰੀ ਕੀਤੇ ਗਏ ਮੁੱਲ ਤੋਂ ਬਾਅਦ ਦੀ ਬੋਲੀ ਲੱਗੇ।
ਹੋਰ ਉਹਨਾਂ ਦਾ ਕਹਿਣਾ ਹੈ ਕਿ ਕਾਨੂੰਨ ਰੱਦ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਿਸਾਨਾਂ ਨੂੰ ਹੀ ਨਹੀਂ ਸਰਕਾਰ ਨੂੰ ਵੀ ਪਤਾ ਲੱਗੇ ਕਿ ਸਟੇਟਾਂ ਦੇ ਅਧਿਕਾਰਾਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਜੇ ਉਹ ਦਖਲ ਕੀਤਾ ਉਹ ਸ਼ਾਇਦ ਵਪਾਰੀਆਂ ਨੂੰ ਜਾਂ ਕਾਰੋਬਾਰੀਆਂ ਨੂੰ ਇੱਕ ਅੱਗੇ ਰੱਖ ਕੇ ਕੀਤਾ ਗਿਆ, ਜੋ ਕਾਨੂੰਨ ਦੇ ਸੰਵਿਧਾਨ ਦੇ ਮੁਤਾਬਕ ਬਰਾਬਰਤਾ ਦੇ ਹੱਕ ਦੇ ਵਿੱਚ ਕਿਤੇ ਨਾ ਕਿਤੇ ਪੱਕਾ ਰੋੜਾ ਇਸ ਤੋਂ ਬਾਅਦ ਤੈਅ ਹੋ ਜਾਣਾ ਜੇ ਕਾਨੂੰਨ ਰੱਦ ਨਹੀਂ ਹੁੰਦੇ। ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਡਟੇ ਹੋਏ ਨੇ, ਕੱਲ੍ਹ ਉਹਨਾਂ ਚੇਤਾਵਨੀ ਪੱਤਰ ਵੀ ਜਾਰੀ ਕਰ ਦੇਣਾ। ਇਸ ਪ੍ਰਤੀ ਸੰਸਦ ਦੇ ਇਜਲਾਸ ਦੇ ਵਿੱਚ ਉਹਨਾਂ ਸਿਆਸੀ ਧਿਰਾਂ ਨੂੰ ਕਿਹਾ ਕਿ ਤੁਸੀਂ ਇਸ ਕਾਨੂੰਨ ਪ੍ਰਤੀ ਆਪ ਦਾ ਵਿਰੋਧ ਦਰਜ ਕਰਾਓ, ਕਾਨੂੰਨ ਰੱਦ ਕਰਨ ਵਾਸਤੇ ਗੱਲ ਕਰੋ, ਉਹਨਾਂ 'ਚ ਇਜਲਾਸ ਚੱਲਣਾ ਦਿਓ। ਇਹ ਹੁਣ ਆਉਣ ਵਾਲੇ ਇਜਲਾਸ ਦੇ ਵਿੱਚ ਕੀ ਹੁੰਦਾ, ਸਿਆਸੀ ਧਿਰਾਂ ਕਿਸਾਨ ਅੰਦੋਲਨ ਦੇ ਪੱਖੀ ਜਾਂਦੀਆਂ। ਸ਼੍ਰੋਮਣੀ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਵੱਲੋਂ ਤੋਂ ਐਲਾਨ ਵੀ ਕਰ ਦਿੱਤਾ ਗਿਆ, ਯਾਨੀ ਕਿ ਦੇਸ਼ ਦੀਆਂ ਹੋਰ ਸਿਆਸੀ ਧਿਰਾਂ ਨੇ ਵੀ ਇਹਦੇ ਵਿੱਚ ਹੀ ਸਹਿਮਤੀ ਪ੍ਰਗਟਾਈ ਹੈ। ਪਰ ਦੇਖਦੇ ਹਾਂ ਕਿ ਇਜਲਾਸ ਦੇ ਵਿੱਚ ਕੀ ਹੁੰਦਾ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਹਰੇਕ ਜਨ ਆਪਣਾ ਹਿੱਸਾ ਇਸ ਅੰਦੋਲਨ ਵਿੱਚ ਪਾ ਰਿਹਾ। ਇੱਕ ਚੰਗੇ ਨਤੀਜੇ ਆਉਣ ਦੀ ਸੰਭਾਵਨਾ ਹਰੇਕ ਦੇਖੀ ਜਾ ਰਹੀ ਹੈ, ਪਰ ਸਿਆਸਤ ਜਿਵੇਂ ਜਿਵੇਂ ਦਖਲ ਹੋ ਰਹੀ ਹੈ ਉਹਦੇ ਲਈ ਇੱਕ ਸ਼ਸ਼ੋਪੰਜ ਵੀ ਪੈਦਾ ਹੋ ਰਿਹਾ ਹੈ। ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਅਸੀਂ ਪੁਣਛਾਣ 'ਚ ਇਹੀ ਨਿਕਲੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਹੀ ਜਾਣਿਆ ਜਾ ਸਕਦਾ ਕਿ ਅੰਦੋਲਨ ਕਿਹੜਾ ਰੁਖ ਲੈਂਦਾ ਹੈ। ਸਾਰੇ ਚਾਹੇ ਉਹ ਕਾਨੂੰਨ ਦੇ ਤੌਰ 'ਤੇ, ਚਾਹੇ ਉਹ ਯਾਨੀ ਕਿ ਜਨਤਾ ਦੇ ਤੌਰ 'ਤੇ, ਚਾਹੇ ਆਗੂ ਨੇ ਜਿਹੜੇ ਕਿਸਾਨ ਆਪਣੀ ਭੂਮਿਕਾ ਨਿਭਾ ਰਹੇ ਨੇ, ਪਰ ਹਜੇ ਇੱਕ ਸ਼ਸ਼ੋਪੰਜ ਦੀ ਹਕੀਕਤ ਬਾਰੇ ਪਹਿਲਾਂ ਨਹੀਂ ਕਿਹਾ ਜਾ ਸਕਦਾ। ਪਰ ਇਹ ਸ਼ਸ਼ੋਪੰਜ ਦੀ ਹਕੀਕਤ ਨਿਕਲ ਸਕਦੀ ਹੈ ਜੇ ਇਹਦੀ ਅਗਵਾਈ ਇਸੇ ਤਰ੍ਹਾਂ ਹੀ ਰਹੇ ਅਤੇ ਸਿਆਸੀ ਜਿਹੜੇ ਆਪਣੇ ਪ੍ਰਭਾਵ ਤੋਂ ਕਿਸਾਨ ਅੰਦੋਲਨ ਦੇ ਆਗੂ ਦੂਰ ਰਹਿਣ। ਅਸੀਂ ਅਜਿਹੀਆਂ ਕੋਸ਼ਿਸ਼ਾਂ ਦਰਸ਼ਕਾਂ ਦੇ ਸਾਹਮਣੇ ਪੁਣਛਾਣ ਕਰਕੇ ਰੱਖਦੇ ਰਹਿੰਦੇ ਹਾਂ। ਬਾਕੀ ਦਰਸ਼ਕਾਂ 'ਤੇ ਹੈ ਕਿ ਉਹ ਇਸ ਪ੍ਰਤੀ ਆਪਣੀ ਕੀ ਰਾਏ ਬਣਾਉਂਦੇ ਨੇ। ਜੇ ਉਹਨਾਂ ਨੂੰ ਤੁਹਾਡਾ ਪ੍ਰੋਗਰਾਮ ਅੱਛਾ ਲੱਗਦਾ ਤਾਂ ਸਾਡੇ ਇਸ ਪ੍ਰੋਗਰਾਮ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦਿਆ ਕਰਨ, ਅਤੇ ਹਰੇਕ ਪ੍ਰੋਗਰਾਮ ਦਾ ਨੋਟੀਫਿਕੇਸ਼ਨ ਆਉਣ ਲਈ ਉਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ। ਲਗਾਤਾਰ ਵੇਖਦੇ ਰਹਿਣ ਸਕਾਈ ਨਿਊਜ਼ ਪੰਜਾਬ।